ਉਸ ਸਮੇਂ ਦੀ ਮੌਜੂਦਾ ਸਰਕਾਰ ਅਕਾਲੀ ਭਾਜਪਾ ਸਰਕਾਰ ਵੱਲੋਂ ਜਿਹੜਾ ਸੀ ਕੋਸ਼ਿਸ਼ ਕੀਤੀ ਗਈ ਕਿ ਬਾਬੇ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਉਸਦੇ ਪੈਰੋਕਾਰਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਤੇ ਵੋਟ ਬੈਂਕ ਜਿਹੜੀ ਆ ਉਸ ਨੂੰ ਪੱਕੀ ਤਰ੍ਹਾਂ ਆਪਣੀ ਜੇਬ ਦੇ ਵਿੱਚ ਪਾ ਲਿਆ ਜਾਵੇ। ਦੋਸ਼ੀ ਨੇ ਮਾਫੀਨਾਮਾ ਦਿੱਤਾ ਵੀ ਨਹੀਂ ਸੀ, ਉਹਨੇ ਮੰਗੀ ਵੀ ਨਹੀਂ ਸੀ, ਫਿਰ ਵੀ ਉਸ ਨੂੰ ਮਾਫੀ ਦੇ ਦਿੱਤੀ ਗਈ ਸੀ ਤੇ ਬਾਬੇ ਨੂੰ ਤੇ ਇੰਜ ਲੱਗ ਰਿਹਾ ਸੀ ਕਿ ਅਦਾਲਤ ਦਾ ਜੱਜ ਕੌਣ ਹੁੰਦਾ ਹੈ, ਅਦਾਲਤਾਂ ਕੀ ਹੁੰਦੀਆਂ ਨੇ, ਸਰਕਾਰਾਂ ਕੀ ਹੁੰਦੀਆਂ ਨੇ, ਸਭ ਕੁਝ ਮੇਰੀ ਜੇਬ 'ਚ ਹੈ, ਮੇਰੇ ਕੋਲ ਸਪੋਰਟਰ ਨੇ, ਮੈਂ ਤੇ ਮੈਸੇਂਜਰ ਆਫ ਗॉड ਆ। ਗੱਲ ਰਾਮ ਰਹੀਮ ਦੀ ਨਹੀਂ ਹੈ, ਗੱਲ ਰਾਮ ਰਹੀਮ ਨੂੰ ਸ਼ਹਿ ਦੇਣ ਵਾਲਿਆਂ। ਨਰਿੰਦਰ ਮੋਦੀ ਵੀ ਇੱਕ ਬਾਬੇ ਦੇ ਇਸੇ ਤਰ੍ਹਾਂ ਦਰਬਾਰ ਦੇ ਵਿੱਚ ਜਿਹੜੇ ਸੀ ਉਹ ਉੱਥੇ ਹਾਜ਼ਰੀ ਭਰਦੇ ਹੋਏ ਦੇਖੇ ਗਏ ਜੀ। ਬਾਬਾ ਭਾਵੇਂ ਜੇਲ੍ਹ ਵਿੱਚ ਹੋਵੇ, ਹਨੀਪ੍ਰੀਤ ਭਾਵੇਂ ਬਦਨਾਮ ਹੋ ਚੁੱਕੀ ਹੋਵੇ, ਪਰ ਫਿਰ ਵੀ ਬਾਬੇ ਦੇ ਪੈਰੋਕਾਰਾਂ ਦੀਆਂ ਵੋਟਾਂ ਤੇ ਹਨ। ਯੂਪੀ ਦੇ ਵਿੱਚ ਤੇ ਪੰਜਾਬ 'ਚ ਇਲੈਕਸ਼ਨਾਂ ਨੇ, ਉੱਥੇ ਕਿਸੇ ਵੀ ਤਰ੍ਹਾਂ ਦੀ ਰਿਪਰਕਸ਼ਨ ਤੋਂ ਬਚਣ ਲਈ ਸਰਕਾਰ ਜਿਹੜੀ ਹੈ ਕੋਈ ਫੈਸਲਾ ਲੈ ਸਕਦੀ ਹੈ ਜਿਸ ਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕੀਤਾ ਜਾ ਸਕਦਾ ਹੈ। ਹੁਣ ਇਹ ਰਸਤੇ ਤੇ ਖੁੱਲ ਜਾਣਗੇ, ਪਰ ਸਮੱਸਿਆ ਇਹ ਹੈ ਕਿ ਕੀ ਕਿਸਾਨਾਂ ਦਾ ਅੰਦੋਲਨ ਵੀ ਖਤਮ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਅਜੇ ਵੀ ਹੋਰ ਕਿਸੇ ਦੀ ਗੱਲ ਨੂੰ ਜਿਹੜਾ ਉਹ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨਾਲ ਕੋਈ ਚੱਲਣ ਨੂੰ ਤਿਆਰ ਹੈ। ਬਦਕਿਸਮਤੀ ਦੀ ਗੱਲ ਹੈ ਕਿ 77-78 ਸਾਲਾ ਜਗਦੀਸ਼ ਟਾਈਟਲਰ ਤੋਂ ਬਿਨਾਂ ਕਾਂਗਰਸ ਨੂੰ ਦਿੱਲੀ ਦੇ ਵਿੱਚ ਆਪਣਾ ਵਜੂਦ ਨਹੀਂ ਮਿਲ ਰਿਹਾ। ਜੇ ਭਾਜਪਾ ਦੀ ਇੰਨੀ ਮਜ਼ਬੂਤ ਸਰਕਾਰ ਕੇਂਦਰ ਦੇ ਵਿੱਚ ਨਾ ਆਉਂਦੀ ਤੇ ਸੱਜਣ ਕੁਮਾਰ ਨੂੰ ਵੀ ਸਜ਼ਾ ਹੋਣੀ ਮੁਸ਼ਕਿਲ ਸੀ। ਦਿੱਲੀ ਕਤਲੇ-ਆਮ ਦੇ ਮਾਮਲੇ ਦੇ ਵਿੱਚ ਕਾਂਗਰਸ ਵਾਰ-ਵਾਰ ਝੂਠੀ ਸਾਬਤ ਹੋਈ ਹੈ। ਇਹੀ ਕਿਹੜੀ ਗੱਲ ਹੈ ਕਿ ਕੱਲ ਹੀ ਉੱਥੋਂ ਆਏ ਨੇ ਤੇ ਅੱਜ ਫੇਰ ਜਾਣਾ ਪੈ ਗਿਆ। ਇਹ ਗੇੜਿਆਂ ਨਾਲ ਸਾਡਾ ਕੀ ਸਵਾਰ ਹੋਣਾ? ਕੰਮ ਤੇ ਪੰਜਾਬ ਵਿੱਚ ਸਾਰੇ ਪੈਂਡਿੰਗ ਤੇ ਮੁੱਖ ਮੰਤਰੀ ਜੀ ਗੇੜੇ ਘਟਾਓ, ਕੰਮ ਵੱਲ ਧਿਆਨ ਦਿਓ ਤੇ ਰਾਹੁਲ ਜੀ ਨੂੰ ਕਹੋ ਤੁਸੀਂ ਇੱਥੇ ਆ ਕਰੋ। ਇਹ ਥਾਂ ਤੇ ਜਿਹੜਾ ਰੋਜ਼ਗਾਰ ਦੇ ਨਾਂ ਤੇ ਪੋਲੂਸ਼ਨ ਫੈਲਾਉਣ ਦਾ ਕੰਮ ਚੱਲ ਪਿਆ ਜੀ। ਇਸ ਮਾਮਲੇ ਤੇ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜੇ ਇਹਨਾਂ 2 ਦਿਨਾਂ ਦੀ ਕਮਾਈ ਦੇ ਨਾਲ ਘਰ ਚੱਲਣ ਲੱਗ ਪੈਣ ਕਿਸੇ ਦਾ, ਫਿਰ ਬਾਕੀ ਸਾਲ ਕੰਮ ਕਰਕੇ ਕੀ ਲੈਣਾ? ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੀ ਚਰਚਾ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਡੇਰਾ ਪ੍ਰੇਮੀਆਂ ਦੀ ਲਿਖਤ ਪੋਸਟਰਾਂ ਦੀ ਲਿਖਤ ਦੇ ਨਾਲ ਮੈਚ ਹੋ ਚੁੱਕੀ ਹੈ ਤੇ ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਟਿਕਰੀ ਤੇ ਗਾਜ਼ੀਪੁਰ ਬਾਰਡਰਸ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਪੰਜਾਬ ਦੀਆਂ 117 ਸੀਟਾਂ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਫੀ ਜ਼ਿਆਦਾ ਚਰਚਾ ਵਿੱਚ ਆਏ ਹੋਏ ਨੇ ਆਪਣੇ ਦਿੱਲੀ ਦੇ ਗੇੜਿਆਂ ਨੂੰ ਲੈ ਕੇ। ਇਹਨਾਂ ਦੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰ ਲਈਏ ਡੇਰਾ ਪ੍ਰੇਮੀਆਂ ਦੀ, ਜਿਨ੍ਹਾਂ ਦੀ ਜਿਹੜੀ ਹੈਂਡਰਾਈਟਿੰਗ ਹੈ, ਜਿਨ੍ਹਾਂ ਦੀ ਲਿਖਤ ਹੈ ਜਿਹੜੀ ਉਹ ਭੜਕਾਊ ਪੋਸਟਰ ਸੀ ਜਿਹੜੇ ਉਹਨਾਂ ਦੇ ਨਾਲ ਮੈਚ ਹੋ ਚੁੱਕੀ ਹੈ। ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੁਣ ਕਿਹੋ ਜਿਹਾ ਮਾਹੌਲ ਬਣਨ ਵਾਲਾ, ਕੀ ਹੋਣ ਵਾਲਾ? ਦੇਖੋ, ਗੱਲ ਇਹ ਹੈ ਜੀ ਕਿ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜੀ ਉਸ ਇਲਾਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ ਤੇ ਸਰੂਪ ਚੋਰੀ ਹੋਣ ਤੋਂ ਬਾਅਦ ਪੋਸਟਰ ਲੱਗਦੇ ਨੇ ਜੀ ਕਿ ਜਿਸ ਗੁਰੂ ਦੀ ਤੁਸੀਂ ਭਾਲ ਕਰ ਰਹੇ ਹੋ ਉਹ ਸਾਡੇ ਕਬਜ਼ੇ ਵਿੱਚ ਹੈ, ਸਾਡੇ ਕੋਲ ਹੈ। ਔਰ ਪੋਸਟਰ ਲਗਾਉਣੇ ਕੋਈ ਆਮ ਗੱਲ ਨਹੀਂ ਹੁੰਦੀ। ਬਿਲਕੁਲ। ਅੱਜ ਜਦੋਂ ਕਿ ਇੰਨੀ ਹਾਈਟੈਕ ਸਾਰਾ ਕੁਝ ਹੋ ਚੁੱਕਾ ਹੈ ਤੇ ਫਿਰ ਪੋਸਟਰ ਲਾਉਣ ਵਾਲਿਆਂ ਨੂੰ ਲੱਭਣਾ ਕਿੰਨਾ ਕੁ ਔਖਾ ਸੀ। ਸ਼ਾਇਦ ਸਰਕਾਰਾਂ ਦੀ ਤੇ ਜਿਹੜਾ ਸਾਡਾ ਕਾਨੂੰਨੀ ਤੰਤਰ ਹੈ ਉਸ ਦੀ ਨੀਅਤ ਇਸ ਦੇ ਵਿੱਚ ਸ਼ਾਮਲ ਨਹੀਂ ਸੀ ਕਿ ਇਸ ਗੱਲ ਦੀ ਤਹਿ ਤੱਕ ਪਹੁੰਚਿਆ ਜਾਵੇ ਜੀ। ਕਈ ਵਾਰੀ ਹਰਪ੍ਰੀਤ ਜੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਜਦੋਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਤਾਂ ਬਜਾਏ ਇਸ ਦੇ ਕਿਸੇ ਇੱਕ ਫਿਰਕੇ ਤੇ ਇਲਜ਼ਾਮ ਲੱਗਦਾ ਜਦੋਂ ਦਿਸਦਾ ਹੋਵੇ ਕਿ ਫਲਾਣੇ ਨੇ ਆਹ ਕੰਮ ਕੀਤਾ ਹੈ ਤੇ ਉਸ ਦਾ ਨਾਮ ਸਰਕਾਰਾਂ ਜਿਹੜੀਆਂ ਨੇ ਸਿੱਧਾ ਨਾਂ ਲੈ ਕੇ ਉਸ ਨੂੰ ਬਾਈਪਾਸ ਕਈ ਵਾਰੀ ਗੱਲ ਕਰਦੀਆਂ ਨੇ ਤਾਂ ਕਿ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ, ਤਣਾਅਪੂਰਨ ਹਾਲਾਤ ਪੈਦਾ ਹੋ ਜਾਣ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ। ਪਰ ਜਦੋਂ ਸੌਦਾ ਸਾਧ ਦੀ ਤੇ ਉਸਦੇ ਪੈਰੋਕਾਰਾਂ ਦੀ ਗੱਲ ਆਉਂਦੀ ਹੈ ਤੇ ਇੱਕ ਵੱਡਾ ਵਿਸ਼ਾਲ ਜਾਲ ਰਾਜਨੀਤੀ ਦਾ ਵਿਸ਼ਾ ਹੋਇਆ ਤੁਹਾਨੂੰ ਨਜ਼ਰ ਆਉਂਦਾ ਹੈ ਜੀ। ਇਸੇ ਦੇ ਤਹਿਤ ਜਾਂਚ ਚੱਲਦੀ ਰਹਿੰਦੀ ਹੈ। ਕਦੋਂ ਤੋਂ ਚੱਲ ਰਹੀ ਹੈ? ਕਿਹੜਾ ਸਮਾਂ ਸੀ ਜਦੋਂ ਰਾਮਚੰਦਰ ਛਤਰਪਤੀ ਦਾ ਕਤਲ ਹੋਇਆ ਸੀ, ਰਣਜੀਤ ਸਿੰਘ ਦਾ ਕਤਲ ਹੋਇਆ ਸੀ, ਸਾਧਵੀਆਂ ਨਾਲ ਬਲਾਤਕਾਰ ਦੀ ਗੱਲ ਜਿਹੜੀ ਸੀ ਕਦੋਂ ਪਹੁੰਚੀ ਸੀ
ਤੇ ਕਦੋਂ ਜਾ ਕੇ ਉਸ ਨੂੰ ਸਜ਼ਾ ਹੁੰਦੀ ਹੈ ਤੇ ਅੱਜ ਕਿੱਥੇ ਗੱਲ ਪਹੁੰਚੀ ਹੋਈ ਹੈ। ਜੀ। ਇਹ ਸਾਧ ਦਿਨ ਬ ਦਿਨ ਵਿਗੜਦਾ ਗਿਆ ਤੇ ਇਸ ਨੇ ਜਿਹੜੇ ਕਾਰਨਾਮੇ ਫਿਰ ਕੀਤੇ ਨੇ ਅੱਜ ਦੁਨੀਆ ਦੇ ਸਾਹਮਣੇ ਹੌਲੀ ਹੌਲੀ ਉਜਾਗਰ ਹੋ ਰਹੇ ਨੇ। ਜੀ। ਇਸ ਸਬੰਧ ਵਿੱਚ ਪਹਿਲਾਂ CBI ਵੱਲੋਂ ਥੋੜਾ ਜਿਹਾ ਕੁਝ ਇਹੋ ਜਿਹੀ ਕਾਰਵਾਈ ਕਰ ਦਿੱਤੀ ਗਈ ਸੀ ਕਿ ਲਿਖਤ ਮੈਚ ਨਹੀਂ ਹੋ ਰਹੀ ਜਾਂ ਲਿਖਤ ਲੈਣ ਦੀ ਕੋਈ ਗੱਲ ਨਹੀਂ, ਇਸ ਨੂੰ ਖੁਰਦ-ਬੁਰਦ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਜੀ। ਅਦਾਲਤਾਂ ਨੇ ਇਸ ਨੂੰ ਪਿੱਛੇ ਰੱਖ ਦਿੱਤਾ ਸੀ, ਪਰ ਨਵੀਂ ਜਿਹੜੀ ਸਿੱਟ ਬਣਾਈ ਗਈ ਹੈ ਉਸ ਸਿੱਟ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਗਈ। ਉਸ ਦੇ ਤਹਿਤ ਅਦਾਲਤ ਦੇ ਵਿੱਚ ਦਸਤਾਵੇਜ਼ ਸੌਂਪ ਦਿੱਤੇ ਗਏ ਨੇ ਕਿ ਭਾਈ ਸਨੀ ਨਾਂ ਦਾ ਇੱਕ ਵਿਅਕਤੀ ਹੈ ਜਿਸ ਦੀ ਹੈਂਡ ਰਾਈਟਿੰਗ ਹੂਬਹੂ ਜਿਹੜੀ ਹੈ ਮੈਚ ਹੋ ਰਹੀ ਹੈ। ਜੀ। ਜਿਹੜੇ ਪੋਸਟਰ ਲਿਖੇ ਗਏ ਨੇ, ਜਿਸ ਵਿਅਕਤੀ ਕੋਲੋਂ ਪੋਸਟਰ ਖਰੀਦੇ ਨੇ ਉਸ ਦੀ ਨਿਸ਼ਾਨਦੇਹੀ ਵੀ ਹੋ ਗਈ ਹੈ ਤੇ ਜਿੱਥੋਂ ਸਕੈਚ ਪੈਨ ਲਏ ਸੀ ਜਿਨ੍ਹਾਂ ਨਾਲ ਪੋਸਟਰ ਲਿਖੇ ਗਏ ਉਹ ਵੀ ਜਿਹੜੇ ਨੇ ਉਹਨਾਂ ਦਾ ਵੀ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਤੇ ਕਿਵੇਂ ਖਰੀਦੇ ਗਏ। ਹੁਣ ਇਹ ਸਾਰਾ ਕੁਝ ਹੁੰਦਾ ਹੈ, ਪਰ ਇਸ ਮਾਮਲੇ ਦੇ ਵਿੱਚ ਸਰਕਾਰਾਂ ਦੀ ਨਾਲਾਇਕੀ ਜਿਹੜੀ ਆ ਉੱਭਰ ਕੇ ਸਾਹਮਣੇ ਆਉਂਦੀ ਰਹੀ। ਖਾਸ ਤੌਰ ਤੇ ਉਸ ਸਮੇਂ ਦੀ ਮੌਜੂਦਾ ਸਰਕਾਰ ਅਕਾਲੀ ਭਾਜਪਾ ਸਰਕਾਰ ਵੱਲੋਂ ਜਿਹੜਾ ਸੀ ਕੋਸ਼ਿਸ਼ ਕੀਤੀ ਗਈ ਕਿ ਬਾਬੇ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਉਸਦੇ ਪੈਰੋਕਾਰਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਤੇ ਵੋਟ ਬੈਂਕ ਜਿਹੜੀ ਆ ਉਸ ਨੂੰ ਪੱਕੀ ਤਰ੍ਹਾਂ ਆਪਣੀ ਜੇਬ ਦੇ ਵਿੱਚ ਪਾ ਲਿਆ ਜਾਵੇ। ਇਸੇ ਲੜੀ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਵੱਲੋਂ ਮਾਫੀਨਾਮਾ ਜਿਹੜਾ ਸੀ ਉਹ ਦੇ ਦਿੱਤਾ ਗਿਆ। ਮਾਫੀਨਾਮਾ ਹਾਲਾਂਕਿ ਦੇਣਾ ਹੁੰਦਾ, ਦੋਸ਼ੀ ਨੇ ਮਾਫੀਨਾਮਾ ਦਿੱਤਾ ਵੀ ਨਹੀਂ ਸੀ, ਉਹਨੇ ਮੰਗੀ ਵੀ ਨਹੀਂ ਸੀ, ਪਰ ਫਿਰ ਵੀ ਉਸ ਨੂੰ ਮਾਫੀ ਦੇ ਦਿੱਤੀ ਗਈ ਸੀ। ਇਸ ਤੇ ਸਿੱਖ ਜਗਤ ਦੇ ਵਿੱਚ ਬੜਾ ਰੋਸ ਪੈਦਾ ਹੋਇਆ ਕਿ ਇਹ ਬਾਬਾ ਇੰਨਾ ਖਾਸ ਕਿਉਂ ਹੈ। ਉਦੋਂ ਤੱਕ ਉਸ ਨੂੰ ਸਜ਼ਾ ਵਗੈਰਾ ਨਹੀਂ ਸੀ ਹੋਈ, ਉਦੋਂ ਤੱਕ ਅਦਾਲਤਾਂ ਦੇ ਵਿੱਚ ਉਹ ਚੱਕਰ ਕੱਟ ਰਿਹਾ ਸੀ ਤੇ ਬਾਬੇ ਨੂੰ ਤੇ ਇੰਝ ਲੱਗ ਰਿਹਾ ਸੀ ਕਿ ਅਦਾਲਤ ਦਾ ਜੱਜ ਕੌਣ ਹੁੰਦਾ ਹੈ, ਅਦਾਲਤਾਂ ਕੀ ਹੁੰਦੀਆਂ ਨੇ, ਸਰਕਾਰਾਂ ਕੀ ਹੁੰਦੀਆਂ ਨੇ, ਸਭ ਕੁਝ ਮੇਰੀ ਜੇਬ 'ਚ ਹੈ, ਮੇਰੇ ਕੋਲ ਸਪੋਰਟਰ ਨੇ, ਮੈਂ ਤੇ ਮੈਸੇਂਜਰ ਆਫ ਗੋਡ ਹਾਂ, ਰੱਬ ਦਾ ਦੂਤ ਹਾਂ। ਔਰ ਰੱਬ ਦਾ ਦੂਤ ਬਣ ਕੇ ਉਹ ਇੰਝ ਘੁੰਮਦਾ ਸੀ। ਇੰਨੀਆਂ ਵੱਡੀਆਂ ਔਰ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲਗਜ਼ਰੀ ਗੱਡੀਆਂ ਔਰ ਉਸਨੂੰ Z+ ਸਿਕਿਉਰਿਟੀ ਔਰ ਸਾਮਰਾਜ ਬੰਦੇ ਨੇ ਕੰਮ ਕਰ ਲਿਆ ਸੀ। ਜਿਹੜੇ ਵਿਅਕਤੀ ਨੇ ਉਸ ਦੀਆਂ ਫਿਲਮਾਂ ਨੂੰ ਕੁਝ ਸਮੇਂ, ਜਿਹੜੀ ਥੋੜ੍ਹੀ ਬਹੁਤੀ ਸੂਖਮ ਬੁੱਧੀ ਵਾਲੇ ਨੇ ਉਸ ਦੀਆਂ ਫਿਲਮਾਂ ਨੂੰ ਕੁਝ ਸਮੇਂ ਲਈ ਵੇਖਿਆ, ਉਹ ਸਾਫ਼ ਤੌਰ ਤੇ ਦੱਸ ਸਕਦਾ ਸੀ ਕਿ ਬਾਬੇ ਦਾ ਕੰਮ ਕਰਨ ਦਾ ਪੱਧਰ ਕਿੰਨਾ ਕੁ ਹਲਕਾ ਹੈ ਤੇ ਬਾਬੇ ਦੇ ਪੈਰੋਕਾਰ ਜਿਹੜੇ ਨੇ ਉਹ ਕਿਵੇਂ ਬਾਬੇ ਦੇ ਹੱਥੋਂ ਮੂਰਖ ਬਣੇ ਹੋਏ ਨੇ। ਅੱਜ ਵੀ ਉਸਦੇ ਪੈਰੋਕਾਰਾਂ ਦੀ ਕਮੀ ਨਹੀਂ। ਨਿਤ ਨਵੇਂ ਵੀਡੀਓਜ਼ ਤੇ ਸੰਦੇਸ਼ ਅਸੀਂ ਵੇਖਦੇ ਹਾਂ ਜਿੱਥੇ ਉਹ ਜਿਹੜੇ ਬਾਬੇ ਨੂੰ ਮਾੜਾ ਕਹਿਣ ਵਾਲਿਆਂ ਨੂੰ ਭੰਡਦੇ ਨੇ, ਉਹਨਾਂ ਨੂੰ ਗਾਲਾਂ ਕੱਢਦੇ ਨੇ, ਮੰਦਾ ਬੋਲਦੇ ਨੇ ਤੇ ਉਮੀਦ ਲਾਈ ਬੈਠੇ ਨੇ ਕਿ ਬਾਬਾ ਜੀ ਕਿਸੇ ਮਿਸ਼ਨ ਤੇ ਗਏ ਹੋਏ ਨੇ ਤੇ ਬਾਬਾ ਜੀ ਵਾਪਸ ਆ ਜਾਣਗੇ। ਗੱਲ ਰਾਮ ਰਹੀਮ ਦੀ ਨਹੀਂ ਹੈ, ਗੱਲ ਰਾਮ ਰਹੀਮ ਨੂੰ ਸ਼ਹਿ ਦੇਣ ਵਾਲਿਆਂ ਦੀ ਹੈ। ਸ਼ਹਿ ਕਿਸਨੇ ਦਿੱਤੀ ਹੈ? ਇਸ ਤਰ੍ਹਾਂ ਦੇ ਬਾਬੇ ਕੋਈ ਪਹਿਲੀ ਵਾਰੀ ਨਹੀਂ ਭਾਰਤ ਵਿੱਚ ਹੋਏ, ਪਹਿਲਾਂ ਵੀ ਹੋਏ ਨੇ। ਮੈਂ ਬਹੁਤਾ ਇਤਿਹਾਸ ਵਿੱਚ ਜਾਣ ਦੀ ਕੋਸ਼ਿਸ਼ ਹੁਣ ਨਾ ਕਰਾਂ ਤੇ ਚੰਗਾ। ਫਿਰ ਬਾਬਿਆਂ ਦੇ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦੇ, ਤੇ ਫਿਰ ਉਹਨਾਂ ਨੂੰ ਆਪਣੇ ਆਪ ਥੱਲੇ ਲਿਆਉਣ ਲਈ ਸਰਕਾਰਾਂ ਕੁਝ ਕਰਦੀਆਂ ਨੇ। ਨਰਿੰਦਰ ਮੋਦੀ ਵੀ ਇੱਕ ਬਾਬੇ ਦੇ ਇਸੇ ਤਰ੍ਹਾਂ ਦਰਬਾਰ ਦੇ ਵਿੱਚ ਜਿਹੜੇ ਸੀ ਉਹ ਉੱਥੇ ਹਾਜ਼ਰੀ ਭਰਦੇ ਹੋਏ ਦੇਖੇ ਗਏ। ਇੰਦਰਾ ਗਾਂਧੀ ਦੇ ਸਮੇਂ ਵੀ ਇਸ ਤਰ੍ਹਾਂ ਦੇ ਬਾਬੇ ਹੋਇਆ ਕਰਦੇ ਸਨ, ਜਿਨ੍ਹਾਂ ਦੇ ਬਾਅਦ ਵਿੱਚ ਫਿਰ ਹੈਲੀਕਾਪਟਰ ਜਿਹੜੇ ਨੇ ਕਰੈਸ਼ ਹੁੰਦੇ ਨੇ ਤੇ ਸਰਕਾਰਾਂ ਹੁੰਦਿਆਂ ਸੁਣਦਿਆਂ ਉਹਨਾਂ ਨੂੰ ਵੱਡੇ ਠੇਕੇ ਜਿਹੜੇ ਨੇ ਉਹ ਮਿਲਦੇ ਨੇ। ਇਹ ਬੜਾ ਇਸ ਤਰ੍ਹਾਂ ਦਾ ਪੁਰਾਣਾ ਇਤਿਹਾਸ ਹੈ। ਜਦੋਂ ਤੱਕ ਰਾਜਨੀਤੀਵਾਨ ਲੋਕ ਸਿਰਫ ਵੋਟਾਂ ਨੂੰ ਅੱਗੇ ਰੱਖ ਕੇ ਇਹੋ ਜਿਹੇ ਲੋਕਾਂ ਨੂੰ ਸ਼ਹਿ ਦੇਣਗੇ, ਇਹੋ ਜਿਹੇ ਨਤੀਜੇ ਆਉਣਗੇ। ਹੁਣ ਇਹ ਵਿਅਕਤੀ ਦੀ ਲਿਖਤ ਮਿਲ ਗਈ ਹੈ ਤੇ ਲਿਖਤ ਦੇ ਦਸਤਾਵੇਜ਼ ਜਿਹੜੇ ਨੇ ਉਹ ਫੋਰੈਂਸਿਕ ਐਵੀਡੈਂਸ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਹੋ ਗਿਆ। ਕੀ ਇਸ ਨੂੰ ਸਖਤੀ ਨਾਲ ਹੱਥ ਪਏਗਾ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਪਰ ਜੋ ਮੌਜੂਦਾ ਸਰਕਾਰ ਹੈ ਪੰਜਾਬ ਦੀ, ਇਸ ਮਾਮਲੇ ਤੇ ਫੂਕ ਕੇ ਕਦਮ ਰੱਖਣਾ ਚਾਹੁੰਦੀ ਹੈ। ਬਾਬਾ ਭਾਵੇਂ ਜੇਲ੍ਹ ਵਿੱਚ ਹੋਵੇ, ਹਨੀਪ੍ਰੀਤ ਭਾਵੇਂ ਬਦਨਾਮ ਹੋ ਚੁੱਕੀ ਹੋਵੇ, ਉਸਦੇ ਵੱਡੇ ਸਾਥੀ ਜਿਹੜੇ ਨੇ ਰੂਪੋਸ਼ ਹੋ ਚੁੱਕੇ ਹੋਣ, ਬਾਬੇ ਦਾ ਡੇਰਾ ਜਿਹੜਾ ਹੈ ਉਹ ਚੱਲਣ ਦਾ ਇਮਕਾਨ ਕੋਈ ਨਜ਼ਰ ਨਾ ਆਉਂਦਾ ਹੋਵੇ, ਪਰ ਫਿਰ ਵੀ ਬਾਬੇ ਦੇ ਪੈਰੋਕਾਰਾਂ ਦੀਆਂ ਵੋਟਾਂ ਤੇ ਹਨ, ਉਹ ਤੇ ਲੈਣੀਆਂ ਨੇ ਕਿਸੇ ਤਰੀਕੇ। ਇਸ ਮਾਮਲੇ ਦੇ ਵਿੱਚ ਸਰਕਾਰਾਂ ਬਹੁਤਾ ਕੁਝ ਬੋਲ ਨਹੀਂ ਰਹੀਆਂ। ਬਾਬੇ ਦੇ ਪ੍ਰੇਮੀਆਂ ਦਾ ਜਾਂ ਡੇਰਾ ਦਾ ਜਾਂ ਬਾਬੇ ਦਾ ਨਾਮ ਲੈਣਾ ਸੌਦਾ ਸਾਧ ਦਾ, ਮਾਫ ਕਰਨਾ ਮੈਂ ਬਾਰ-ਬਾਰ ਬਾਬਾ ਆਖ ਰਿਹਾ, ਬਾਬਾ ਅੱਜ ਕੱਲ੍ਹ ਏਦਾਂ ਹੋ ਗਿਆ ਜਿਵੇਂ ਕਿਸੇ ਦਾ ਨਾਮ ਹੋਵੇ ਬਾਬਾ। ਇਸ ਵਿਅਕਤੀ ਨੇ, ਇਸ ਪਾਖੰਡੀ ਨੇ, ਕਾਤਲ ਬਲਾਤਕਾਰੀ ਜਿਹੜਾ ਵੀ ਲਫ਼ਜ਼ ਤੁਸੀਂ ਉਸ ਲਈ ਵਰਤਣਾ ਚਾਹੁੰਦੇ ਹੋ ਵਰਤ ਸਕਦੇ ਹੋ। ਇਸ ਨੇ ਜਿਵੇਂ ਕਾਨੂੰਨ ਨੂੰ ਆਪਣੀ ਮੁੱਠ ਦੇ ਵਿੱਚ ਲੈ ਕੇ ਆਪਣੇ ਨਾਲਦਿਆਂ ਨੂੰ ਵੀ ਇਹੋ ਕੁਝ ਸਿਖਾਇਆ ਕਿ ਤੁਸੀਂ ਆਹ ਕੰਮ ਕਰੋ, ਔਰ ਉਸ ਮਾਮਲੇ ਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਸੀ ਉਸਦੇ ਦੂਸਰੇ ਪਾਸੇ ਖਲੋਤੀ ਵੇਖੀ ਜਾ ਸਕਦੀ ਸੀ। ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾ ਕੇ ਜਿਹੜਾ ਸਵਾਂਗ ਰਚਾਇਆ ਸੀ ਉਸ ਨੂੰ ਚੈਲੰਜ ਹੋਇਆ। ਅੱਜ ਕਿੰਨਾ ਸਮਾਂ ਹੋ ਚੁੱਕਾ ਹੈ, ਪਰ ਬਾਬੇ ਦੇ ਪੈਰੋਕਾਰ ਅਜੇ ਵੀ ਕਾਇਮ ਦਾਇਮ ਨੇ ਤੇ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ ਨੇ। ਅਜੇ
ਤਖਤ ਸ੍ਰੀ ਕੇਸਗੜ੍ਹ ਦੇ ਵਿੱਚ ਬੇਅਦਬੀ ਹੋਈ ਨੂੰ ਕੁਝ ਦਿਨ ਹੋਏ ਨੇ ਔਰ ਉਹ ਵੀ ਡੇਰਾ ਪ੍ਰੇਮੀ ਹੀ ਨਿਕਲਿਆ। ਅਸੀਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਨਹੀਂ ਕਰ ਰਹੇ, ਪਰ ਸਰਕਾਰਾਂ ਇਸ ਮਾਮਲੇ ਦੇ ਵਿੱਚ ਸਖਤੀ ਨਾਲ ਕੋਈ ਸਟੈਂਡ ਲੈਣ ਤਾਂ ਕਿ ਫਿਰ ਕੋਈ ਅਣਸੁਖਾਵੀ ਘਟਨਾ ਮੁੜ ਕੇ ਨਾ ਵਾਪਰੇ। ਬੇਅਦਬੀ ਵਰਗੀ ਘਟਨਾ ਕਿਸੇ ਵੀ ਧਰਮ ਦੇ ਗ੍ਰੰਥ ਦੇ ਖਿਲਾਫ, ਮੈਂ ਫੇਰ ਰਿਪੀਟ ਕਰ ਰਿਹਾ, ਕਿਸੇ ਵੀ ਧਰਮ ਦੇ ਗ੍ਰੰਥ ਦੇ ਖਿਲਾਫ ਹੋਣੀ ਜਿਹੜੀ ਆ ਉਹ ਜਾਇਜ਼ ਨਹੀਂ, ਵਾਜਬ ਨਹੀਂ। ਕਿਸੇ ਧਰਮ ਨੂੰ ਕੋਈ ਮੰਨਦਾ ਹੈ ਤੇ ਮੰਨੇ, ਪਰ ਦੂਸਰੇ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ, ਚਾਹੇ ਉਹ ਕੋਈ ਵੀ ਧਰਮ ਹੋਵੇ। ਜੇ ਨਹੀਂ ਸਰਕਾਰਾਂ ਅੱਜ ਵੀ ਮੌਕਾ ਸਾਂਭਦੀਆਂ, ਫਿਰ ਦਿੱਲੀ ਸਿੰਘੂ ਬਾਰਡਰ ਤੇ ਜੋ ਹੈ ਉਹੋ ਜਿਹੀਆਂ ਘਟਨਾਵਾਂ ਸਾਨੂੰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹ ਸੁਣਨ ਲਈ ਤਿਆਰ ਰਹਿਣਾ ਚਾਹੀਦਾ। ਜੀ ਤੁਸੀਂ ਦਿੱਲੀ ਸਿੰਘੂ ਬਾਰਡਰ ਦੀ ਗੱਲ ਕੀਤੀ ਹੈ ਕੁਲਦੀਪ ਜੀ। ਟਿਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੈਰੀਕੇਡ ਹਟਾਉਣ ਦੇ ਨਾਲ ਕਿਸਾਨੀ ਅੰਦੋਲਨ ਤੇ ਕੋਈ ਫਰਕ ਪਏਗਾ? ਫਰਕ ਪੈ ਸਕਦਾ ਜੀ। ਦੇਖੋ, ਸਰਕਾਰ ਸੱਚੇ ਹੋਣ ਦਾ ਯਤਨ ਕਰ ਰਹੀ ਹੈ ਜੀ। ਕਨਸੋਆਂ ਕਈ ਤਰ੍ਹਾਂ ਦੀਆਂ ਨੇ। ਜੇ ਮੈਂ ਹਰਪ੍ਰੀਤ ਜੀ ਇਹ ਕਹਾਂ ਵੀ ਇੱਕੋ ਮੌਕੇ ਤੇ ਕਈ ਤਰ੍ਹਾਂ ਦੇ ਫਰੰਟ ਖੁੱਲੇ ਹੋਏ ਨੇ ਜੀ। ਇੱਕੋ ਮੌਕੇ ਤੇ ਇਹ ਵੀ ਗੱਲ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੇ ਨਾਲ ਮਿਲ ਕੇ ਕੋਈ ਰਸਤਾ ਕੱਢ ਲੈਣਗੇ ਜੀ। ਦੂਸਰੇ ਪਾਸੇ ਇਹ ਗੱਲ ਚੱਲ ਰਹੀ ਹੈ ਕਿ ਯੂਪੀ ਦੇ ਵਿੱਚ ਤੇ ਪੰਜਾਬ 'ਚ ਇਲੈਕਸ਼ਨਾਂ ਨੇ, ਉੱਥੇ ਕਿਸੇ ਵੀ ਤਰ੍ਹਾਂ ਦੀ ਰਿਪਰਕਸ਼ਨ ਤੋਂ ਬਚਣ ਲਈ ਸਰਕਾਰ ਜਿਹੜੀ ਹੈ ਕੋਈ ਫੈਸਲਾ ਲੈ ਸਕਦੀ ਹੈ ਜਿਸ ਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕੀਤਾ ਜਾ ਸਕਦਾ ਹੈ, ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਜਾਂ ਜਿਵੇਂ ਵੀ ਹੋਵੇ। ਇਹ ਲਫ਼ਜ਼ ਖੇਤੀ ਕਾਨੂੰਨ ਦੀ ਵਿਰੋਧਤਾ ਕਰ ਰਹੇ ਕਿਸਾਨ ਆਗੂਆਂ ਦੇ ਮੂੰਹੋਂ ਵੀ ਪਿਛਲੇ ਦਿਨਾਂ ਵਿੱਚ ਨਿਕਲੇ ਨੇ ਕਿ ਇਹ ਹੁਣ ਵਾਪਸ ਹੋ ਕੇ ਰਹਿਣਗੇ, ਇਹ ਕਾਨੂੰਨ ਬਣੇ ਨਹੀਂ ਰਹਿ ਸਕਦੇ। ਰੋਕ ਤੇ ਲੱਗੀ ਹੋਈ ਹੈ, ਪਰ ਇਹ ਖੇਤੀ ਕਾਨੂੰਨ ਵਾਪਸ ਹੋਣਗੇ, ਤੁਸੀਂ ਦੇਖਦੇ ਰਹਿਣਾ। ਠੀਕ ਹੈ ਜੀ। ਹੁਣ ਟਿਕਰੀ ਬਾਰਡਰ ਤੇ ਕਿਉਂਕਿ ਥੋੜੀ ਜਗ੍ਹਾ ਟਾਈਟ ਹੈ, ਉੱਥੋਂ ਜਿਸ ਜਗ੍ਹਾ ਤੇ ਮੋਰਚਾ ਲੱਗਾ ਹੋਇਆ ਬਹਾਦਰਗੜ੍ਹ ਤੋਂ ਲੈ ਕੇ ਟਿਕਰੀ ਵੱਲ ਨੂੰ ਜਦੋਂ ਜਾਂਦੇ ਹਾਂ ਅਸੀਂ, ਤੇ ਸੜਕ ਪੂਰੀ ਤਰ੍ਹਾਂ ਬਲੌਕ ਹੈ। ਉੱਥੇ ਇੰਨੀ ਖੁੱਲੀ ਸੜਕ ਨਹੀਂ ਹੈ ਜਿੰਨੀ ਕਿ ਸਿੰਘੂ ਮੋਰਚੇ ਦੇ ਆਸ-ਪਾਸ ਹੈ ਜਾਂ ਗਾਜ਼ੀਪੁਰ ਦੇ ਆਸ-ਪਾਸ ਹੈ ਜੀ। ਹੁਣ ਉੱਥੇ ਸਥਿਤੀ ਇਹ ਹੈ ਕਿ ਪਟਿਆਲੇ ਵੱਲੋਂ ਸਾਈਡ ਤੋਂ ਜਦੋਂ ਐਂਟਰ ਹੁੰਦੇ ਨੇ ਪੰਜਾਬ ਚੋਂ, ਖਨੌਰੀ ਤੋਂ ਐਂਟਰ ਹੋ ਕੇ ਇਹ ਕਾਫਲਾ ਜਿਹੜਾ ਉੱਥੇ ਪਹੁੰਚਾ ਸੀ, ਤੇ ਫਿਰ ਉੱਥੇ ਪਹੁੰਚ ਕੇ ਡੇਰੇ ਲਾ ਲਏ, ਕਿਉਂਕਿ ਮੋਹਰੇ ਤੇ ਸੀਮਿੰਟ ਦੀਆਂ ਤੇ ਕੰਕਰੀਟ ਦੀਆਂ ਤੇ ਤਾਰਾਂ ਤੇ ਬੈਰੀਕੇਡ ਲੋਹੇ ਦੇ ਸਰੀਏ ਪੱਕੇ ਤੇ ਪਤਾ ਨਹੀਂ ਕੀ 5 6 ਲੇਅਰਾਂ ਜਿਹੜੀਆਂ ਸੀ ਉਹਨਾਂ ਦੀਆਂ ਲਾਈਆਂ ਗਈਆਂ ਸੀ। ਤੇ ਦੂਸਰਾ ਪਾਸਾ ਤੇ ਇਸ ਤਰ੍ਹਾਂ ਸੀ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਜੀ। ਉੱਥੇ ਜਾਣ ਦਾ ਹੁਕਮ ਨਹੀਂ ਸੀ, ਭਾਵੇਂ ਉਹ ਆਪਣਾ ਹੀ ਦੇਸ਼ ਸੀ, ਆਪਣੀ ਸਰਹੱਦ ਹੈ, ਆਪਣੀ ਰਾਜਧਾਨੀ ਹੈ, ਸਭ ਕੁਝ ਆਪਣਾ ਸੀ, ਪਰ ਬੇਗਾਨੇ ਕਰਕੇ ਉਹਨਾਂ ਨੂੰ ਉੱਥੇ ਰੋਕ ਦਿੱਤਾ ਗਿਆ। ਸਰਕਾਰ ਨੂੰ ਅੱਜ ਇਹ ਸਮਝ ਆ ਗਿਆ ਲੱਗਦਾ ਹੈ ਕਿ ਕਿਸਾਨਾਂ ਨੂੰ ਬਾਰਡਰਾਂ ਤੇ ਰੋਕੇ ਜਾਣਾ ਸਾਡੀ ਬਹੁਤ ਵੱਡੀ ਗਲਤੀ ਸੀ। ਪਹਿਲੀ ਗਲਤੀ ਅਸੀਂ ਜਿਹੜੀ ਸੀ ਉਹਨਾਂ ਨੂੰ ਖਨੌਰੀ ਤੇ ਰੋਕਣ ਦਾ ਯਤਨ ਕੀਤਾ ਜੀ, ਤੇ ਦੂਸਰੀ ਗਲਤੀ ਜਿਹੜੀ ਸੀ ਕਿ ਉਹਨਾਂ ਨੂੰ ਸ਼ੰਭੂ ਬੈਰੀਅਰ ਤੇ ਰੋਕਣ ਦਾ ਯਤਨ ਕੀਤਾ। ਉਸ ਚੀਜ਼ ਦਾ ਰੌਲਾ ਪਿਆ, ਕਿਸਾਨਾਂ ਨੇ ਜ਼ੋਰ ਨਾਲ ਜਲ ਤੋਪਾਂ ਦੇ ਮੂੰਹ ਮੋੜ ਦਿੱਤੇ ਤੇ ਮੋੜ ਕੇ ਤੇ ਸਿੱਧੇ ਕਿਸਾਨ ਜਿਹੜੇ ਨੇ ਦਿੱਲੀ ਦੇ ਬਾਰਡਰਾਂ ਤੇ ਆ ਕੇ ਰੁਕੇ ਨੇ। ਤੇ ਜੇ ਉਦੋਂ ਨਾ ਰੁਕੇ ਹੁੰਦੇ ਹਰਪ੍ਰੀਤ ਜੀ, ਤੇ ਇਹ ਕਿਸਾਨਾਂ ਨੇ ਤਾਂ ਇਹ ਗੱਲ ਕੀਤੀ ਹੋਈ ਸੀ ਕਿ ਅਸੀਂ 2 ਜਾਂ 3 ਦਿਨ ਵਾਸਤੇ ਜੰਤਰ ਮੰਤਰ ਤੇ ਧਰਨਾ ਦੇਣਾ ਤੇ ਫਿਰ ਵਾਪਸ ਜਾਣਾ ਜੀ। ਇਹ ਤੇ ਗੱਲ ਹੋਈ ਸੀ ਸਰਕਾਰ ਨਾਲ, ਤੇ ਸਰਕਾਰ ਆਪਣੇ ਵਾਅਦੇ ਤੇ ਖਰੀ ਨਾ ਉਤਰੀ ਤੇ ਕਿਸਾਨ ਉੱਥੇ ਧਰਨਾ ਲਾ ਕੇ ਬਹਿ ਗਏ ਨੇ। ਹੁਣ ਇਹ ਬੈਰੀਕੇਡ ਜਿਹੜੇ ਨੇ ਪਹਿਲਾਂ ਟਿਕਰੀ ਤੋਂ ਹਟਾਏ ਗਏ ਨੇ, ਇੱਕ ਪਾਸੇ ਦੀ ਟ੍ਰੈਫਿਕ ਖੋਲਣ ਦਾ ਯਤਨ ਕੀਤਾ ਜਾ ਰਿਹਾ, ਫਿਰ ਨਾਲ ਦੀ ਨਾਲ ਗਾਜ਼ੀਪੁਰ ਤੋਂ ਅਜੇ ਸਿੰਘੂ ਮੋਰਚੇ ਤੇ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ। ਇਹ ਰਾਤ ਨੂੰ ਕੰਮ ਸ਼ੁਰੂ ਕੀਤਾ ਹੈ, ਵੱਡੀਆਂ ਵੱਡੀਆਂ ਕਰੇਨਾਂ ਲਿਆ ਕੇ ਤੇ ਹੋਰ ਇਸ ਤਰ੍ਹਾਂ ਦੇ ਸਾਜੋ ਸਮਾਨ ਲਿਆ ਕੇ ਜਿਹੜੇ ਸੀ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਟ੍ਰੈਫਿਕ ਜਲਦੀ ਖੁੱਲ ਜਾਵੇਗਾ ਜੀ। ਪੁਲਿਸ ਨੇ ਹਾਲਾਂਕਿ ਇਹ ਕਿਹਾ ਕਿ ਅਸੀਂ ਜਿਹੜਾ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਲੋਕਾਂ ਦਾ ਜੋ ਪ੍ਰੈਸ਼ਰ ਸੀ ਕਿ ਰਸਤੇ ਜਿਹੜੇ ਨੇ ਇੰਨੀ ਦੇਰ ਤੋਂ ਬੰਦ ਪਏ ਨੇ, ਸਾਲ ਹੋ ਚੱਲਿਆ ਤੇ ਇਹਨਾਂ ਨੂੰ ਖੋਲ੍ਹਿਆ ਜਾਵੇ, ਸਾਨੂੰ ਬੜੀ ਮੁਸ਼ਕਲ ਪੇਸ਼ ਆ ਰਹੀ ਹੈ, ਇਸ ਕਰਕੇ ਖੋਲ ਰਹੇ ਹਾਂ ਜੀ। ਹੁਣ ਇਹ ਰਸਤੇ ਤੇ ਖੁੱਲ ਜਾਣਗੇ, ਪਰ ਸਮੱਸਿਆ ਇਹ ਹੈ ਕਿ ਕੀ ਕਿਸਾਨਾਂ ਦਾ ਅੰਦੋਲਨ ਵੀ ਖਤਮ ਹੋਵੇਗਾ, ਕੀ ਬਿੱਲ ਵਾਪਸ ਹੋਣਗੇ? ਇਸ ਬਾਰੇ ਰਾਕੇਸ਼ ਟਕੈਤ ਕਹਿੰਦੇ ਨੇ ਕਿ ਦੇਖੋ ਇਹ ਜਿਹੜੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਹੋਏ ਨੇ, ਇਹ ਕਹਿੰਦੇ ਨੇ ਕਿ ਕਿਸਾਨ ਜਿੱਥੇ ਮਰਜ਼ੀ ਜਾ ਕੇ ਆਪਣੀ ਫਸਲ ਵੇਚ ਸਕਦਾ। ਉਹ ਕਹਿੰਦੇ ਜੀ ਵੀ ਹੁਣ ਬਾਰਡਰ ਜਦੋਂ ਖੁੱਲ ਜਾਣਗੇ ਤੇ ਅਸੀਂ ਟਰੈਕਟਰਾਂ ਤੇ ਲੱਦ ਕੇ ਆਪਣੀ ਫਸਲ ਤੇ ਸੰਸਦ ਵੱਲ ਨੂੰ ਜਾਣਾ ਤੇ ਦੇਖਣਾ ਰਾਜ ਕਿਹੜੀਆਂ ਮੰਡੀਆਂ ਪੈਂਦੀਆਂ ਤੇ ਉੱਥੇ ਜਾ ਕੇ ਵੇਚਣੀ ਅਸੀਂ ਫਸਲ ਅਜੇ ਆਪਣੀ ਜੀ। ਹੁਣ ਕੀ ਇਸ ਗੱਲ ਵਾਸਤੇ ਸਰਕਾਰ ਇਜਾਜ਼ਤ ਦੇਵੇਗੀ ਜਾਂ ਪਿਕ ਐਂਡ ਚੂਜ਼ ਹੋਵੇਗਾ ਜੀ? ਉੱਥੋਂ ਜਿਹੜੀਆਂ ਆਮ ਲੋਕਾਂ ਦੀਆਂ ਗੱਡੀਆਂ ਨੇ ਜਾਂ ਟਰੱਕ ਨੇ ਉਹ ਜਾਣ ਦੇਣੇ ਤੇ ਕਿਸਾਨਾਂ ਦਾ ਟਰੈਕਟਰ ਟਰਾਲੀ ਜਿਹੜਾ ਉਹਨੂੰ ਰੋਕਿਆ ਜਾਵੇਗਾ ਜੀ? ਇਸ ਬਾਰੇ ਕੋਈ ਪੱਕਾ ਖੁਲਾਸਾ ਨਹੀਂ ਹੈ, ਪਰ ਹਾਲ ਦੀ ਘੜੀ ਸਰਕਾਰ ਨੇ ਇੱਕ ਚਾਲ ਜੀ ਚੱਲ ਦਿੱਤੀ ਹੈ ਸਿਰਫ ਲੋਕਾਂ ਨੂੰ ਦੇਖਣ ਨੂੰ ਵੀ ਦੇਖੋ ਕਿੱਧਰ ਨੂੰ ਵਹਾ ਜਾ ਰਿਹਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਵਾਲਾ ਫੈਕਟਰ ਵੀ ਇਸ ਵਿੱਚ ਆ ਸਕਦਾ ਹੈ ਤੇ ਹੋ ਸਕਦਾ ਹੈ ਕਿ ਸਰਕਾਰ
ਇਹ ਰਾਹ ਖੋਲ੍ਹੇ ਤੇ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਵੀ ਖੋਲ੍ਹੇ। ਉਮੀਦ ਇਹੋ ਹੀ ਕਰ ਸਕਦੇ ਹਾਂ, ਇੰਨਾ ਲੰਬਾ ਸਮਾਂ ਹੋ ਗਿਆ, 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀਆਂ ਹੋ ਚੁੱਕੀਆਂ ਨੇ, ਤੇ ਚੰਗੀ ਗੱਲ ਹੋਵੇਗੀ ਕਿ ਇਹ ਕਿਸੇ ਚੰਗੇ ਪਾਸੇ ਵੱਲ ਨੂੰ ਰਸਤਾ ਖੁੱਲ੍ਹ ਜਾਵੇ। ਜੀ ਕੁਲਦੀਪ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕੁਲਦੀਪ ਜੀ, ਗੱਲ ਕਰ ਰਹੇ ਸੀ ਅਸੀਂ ਸਰਕਾਰਾਂ ਦੀ, ਤੇ ਜੇ ਅਸੀਂ ਗੱਲ ਕਰੀਏ ਕੇਂਦਰ ਸਰਕਾਰ ਦੀ, ਜਿਸ ਵਿੱਚ ਹੁਣ ਭਾਜਪਾ ਦੀ ਸਰਕਾਰ ਹੈ, ਭਾਜਪਾ ਨੇ ਬੀਤੇ ਦਿਨੀ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਉਹ 117 ਸੀਟਾਂ ਤੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ, ਯਾਨੀ ਕਿ 117 ਸੀਟਾਂ ਤੇ ਭਾਜਪਾ ਚੋਣ ਲੜੇਗੀ। ਕੀ ਕਹਿਣਾ ਚਾਹੋਗੇ? ਭਾਜਪਾ ਦੀ ਇੱਕ ਆਗੂ ਹੈ ਮੀਨਾਕਸ਼ੀ ਲੇਖੀ ਜੀ, ਚੰਡੀਗੜ੍ਹ ਉਹ ਆਏ ਨੇ, ਤੇ ਚੰਡੀਗੜ੍ਹ ਜਦੋਂ ਆਏ ਨੇ ਤੇ ਸਵਾਲ ਜਵਾਬ ਤੇ ਹੋਣੇ ਸੀ ਜੀ। ਮੀਨਾਕਸ਼ੀ ਲੇਖੀ ਬਾਰੇ ਮੈਂ ਪਹਿਲਾਂ ਦੱਸ ਦੇਵਾਂ ਕਿ ਬਹੁਤ ਭੱਦੇ ਕਿਸਮ ਦੀ ਸ਼ਬਦਾਵਲੀ ਜਿਹੜੀ ਹੈ ਕਿਸਾਨਾਂ ਲਈ ਉਹਨਾਂ ਨੇ ਵਰਤੀ ਹੈ। ਗੁੰਡੇ ਤੇ ਮਵਾਲੀ ਤੱਕ ਇਹਨਾਂ ਨੂੰ ਆਖਿਆ। ਬਿਲਕੁਲ, ਬਾਰ-ਬਾਰ ਇਹੀ ਵਰਤੀ ਪਰ ਸ਼ਬਦਾਵਲੀ ਉਹਨਾਂ ਵਾਸਤੇ। ਸੋ ਉਹਨਾਂ ਨੇ ਕਿਹਾ ਕਿ ਸਾਡੇ ਲਈ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਹੈ, ਕਿ ਇਸ ਤੋਂ ਵਧੀਆ ਸਮਾਂ ਸਾਡੇ ਲਈ ਸਰਕਾਰ ਬਣਾਉਣ ਦਾ ਪੰਜਾਬ ਵਿੱਚ ਕੋਈ ਨਹੀਂ ਹੋ ਸਕਦਾ। ਜੇ ਇਹਨੂੰ ਅਸੀਂ ਸਰਕੈਸਟਿਕਲੀ ਲੈਣਾ ਹੋਵੇ, ਮਜ਼ਾਕ ਦੇ ਵਿੱਚ, ਤੇ ਫਿਰ ਖੂਬ ਹੱਸਿਆ ਜਾ ਸਕਦਾ ਹੈ ਜੀ। ਫਿਰ ਤੇ ਕੋਈ ਸਾਨੂੰ ਕੋਈ ਲਤੀਫਾ ਸੁਣਾਉਣ ਦੀ ਲੋੜ ਨਹੀਂ। ਬਿਲਕੁਲ, ਫਿਰ ਤੇ ਆਪਣੇ ਆਪ ਹਾਸਾ ਆਵੇਗਾ ਕਿ ਦੇਖੋ ਸਰਕਾਰ ਬਣਾਉਣੀ ਹੈ, ਤੁਹਾਨੂੰ ਬਾਹਰ ਨਿਕਲਣਾ ਔਖਾ ਹੋਇਆ ਪਿਆ ਜੀ। ਔਰ ਬਲਵੀਰ ਸਿੰਘ ਰਾਜੇਵਾਲ ਨੇ 6 ਮਹੀਨੇ ਪਹਿਲਾਂ ਚੈਲੰਜ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿੱਥੇ ਮਰਜ਼ੀ ਰੈਲੀਆਂ ਕਰ ਲੈਣ, ਬੰਗਾਲ 'ਚ ਕਰ ਲੈਣ, ਯੂਪੀ 'ਚ ਕਰ ਲੈਣ, ਕਰਨਾਟਕਾ 'ਚ ਕਰ ਲੈਣ, ਇੱਕ ਰੈਲੀ ਪੰਜਾਬ ਦੇ ਵਿੱਚ ਕਰਕੇ ਵਿਖਾਉਣ। ਜੀ, ਚੈਲੰਜ ਕੀਤਾ ਸੀ। ਉਹ ਚੈਲੰਜ ਐਕਸੈਪਟ ਨਹੀਂ ਕੀਤਾ ਬੀਜੇਪੀ ਵਾਲਿਆਂ ਨੇ ਕਿਸੇ ਨੇ। ਤੇ ਜਿੱਥੇ ਵੀ ਜਾਂਦੇ ਨੇ ਕਿਸਾਨਾਂ ਨੂੰ ਪਤਾ ਲੱਗਦਾ ਤੇ ਕਿਸਾਨ ਮਾਰੋ ਮਾਰ ਕਰਦੇ ਮਗਰ ਪਹੁੰਚ ਜਾਂਦੇ ਨੇ ਜੀ। ਖੈਰ, ਹੁਣ ਇਹ ਕਿਉਂ ਕਹਿ ਰਹੀ ਹੈ ਬੀਬੀ ਮੀਨਾਕਸ਼ੀ ਲੇਖੀ ਕਿ ਦੇਖੋ ਸਾਡੇ ਕੋਲ ਸਰਕਾਰ ਬਣਾਉਣ ਦਾ ਮੌਕਾ ਹੈ? ਜੇ ਦੂਸਰੇ ਤਰੀਕੇ ਨਾਲ ਇਸ ਨੂੰ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਦੇ ਪੈਂਤੜੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਸ਼ੋਅ ਕੀਤਾ ਸਾਨੂੰ ਕਿ ਕਿਵੇਂ ਦਾ ਉਹਨਾਂ ਨੇ ਰੁਖ ਜਿਹੜਾ ਅਖਤਿਆਰ ਕੀਤਾ ਹੈ, ਤੇ ਫਿਰ ਤੇ ਸਾਨੂੰ ਇਹ ਲੱਗ ਰਿਹਾ ਕਿ ਪਹਿਲਾਂ ਵੀ ਭਾਜਪਾ ਦੀ ਸਰਕਾਰ ਸੀ ਅਕਾਲੀਆਂ ਦੇ ਵੇਲੇ, ਉਦੋਂ ਤੇ ਆਪਣੀ ਸਰਕਾਰ ਸੀ, ਰਲੀ ਮਿਲੀ ਸਰਕਾਰ, ਮਿਲੀ ਜੁਲੀ ਜਾਂ ਕੋਲੀਸ਼ਨ ਸਰਕਾਰ ਜਿਸ ਨੂੰ ਆਖ ਦਿੰਦੇ ਆ, ਤੇ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਭਾਜਪਾ ਦੀ ਸਰਕਾਰ ਸੀ, ਕਿਸੇ ਹੋਰ ਦੀ ਤਾਂ ਨਹੀਂ ਸੀ। ਬਿਲਕੁਲ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਇੱਥੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿੰਦੇ ਨੇ, ਉਸੇ ਵਕਤ ਉਹ ਭਾਜਪਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਨੇ, ਤੇ ਭਾਜਪਾ ਵਾਲੇ ਉਹਨਾਂ ਨੂੰ ਰਾਸ਼ਟਰਵਾਦੀ ਆਖ ਕੇ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਬਿਲਕੁਲ, ਸਿੱਧੀ ਆਫਰ ਉਹਨਾਂ ਨੂੰ ਹੁੰਦੀ ਹੈ ਕਿ ਤੁਸੀਂ ਆ ਜਾਓ ਭਾਜਪਾ 'ਚ। ਜੀ। ਕੈਪਟਨ ਅਮਰਿੰਦਰ ਸਿੰਘ ਅਜੇ ਵੀ ਹੋਰ ਕਿਸੇ ਦੀ ਗੱਲ ਨੂੰ ਜਿਹੜਾ ਉਹ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨਾਲ ਕੋਈ ਚੱਲਣ ਨੂੰ ਤਿਆਰ ਹੈ। ਜਿਹਨਾਂ ਇੱਕ ਦੋ ਦੇ ਉਹਨਾਂ ਨੇ ਨਾਮ ਲਏ ਸੀ, ਉਹਨਾਂ ਨੇ ਜਵਾਬ ਦਿੱਤਾ ਹੈ, ਨਾ ਕੀਤੀ ਉਹਨਾਂ ਨੇ ਕਿ ਭਾਈ ਨਹੀਂ, ਤੁਸੀਂ BSF ਦੇ ਮੁੱਦੇ ਤੇ ਭਾਜਪਾ ਦਾ ਸਾਥ ਦੇ ਰਹੇ ਹੋ ਤੇ ਪੰਜਾਬ ਦਾ ਗਲਾ ਘੁੱਟ ਰਹੇ ਹੋ, ਅਸੀਂ ਤੁਹਾਡੇ ਨਾਲ ਨਹੀਂ ਜੀ। ਤੇ ਫਿਰ ਨਾਲ ਰਹਿ ਕੌਣ ਜਾਂਦਾ ਕੈਪਟਨ ਅਮਰਿੰਦਰ ਸਿੰਘ ਦੇ? ਮੀਨਾਕਸ਼ੀ ਲੇਖੀ ਦੇ ਜੇ ਇਸ ਬਿਆਨ ਨੂੰ ਇੰਝ ਦੇਖਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਉਹ ਪੰਜਾਬ ਦੇ ਵਿੱਚ ਭਾਜਪਾ ਦਾ ਕੁਝ ਨੀਂਹ ਪੱਥਰ ਰੱਖਣ ਦੇ ਵਿੱਚ ਸਫਲ ਹੋ ਜਾਣਗੇ, ਜੋ ਆਧਾਰ ਉਹਨਾਂ ਕੋਲ ਪਹਿਲਾਂ ਨਹੀਂ ਹੈ। ਇਹ ਗੱਲ ਵੀ ਉਹਨਾਂ ਨੇ ਬੀਬੀ ਜੀ ਨੇ ਕਹੀ ਕਿ ਦੇਖੋ ਪਹਿਲਾਂ ਅਸੀਂ ਅਕਾਲੀਆਂ ਦੇ ਨਾਲ ਸੀ, ਹੁਣ ਸਾਡੇ ਕੋਲ ਅਸੀਂ ਆਪਣੇ ਸਿਰ ਖੁਦਾਂ, ਅਸੀਂ ਵੱਡੀ ਪਾਰਟੀਆਂ ਤੇ ਅਸੀਂ ਇਲੈਕਸ਼ਨ ਜਿਹੜੀ ਆ ਫਾਈਟ ਕਰਨੀ ਹੈ, ਤੇ ਜੋ ਵੀ ਹੋਵੇਗਾ ਸਾਨੂੰ ਹੁਣ ਫਾਇਦਾ ਹੀ ਹੋਵੇਗਾ, ਇਸ ਤੋਂ ਨੁਕਸਾਨ ਨਹੀਂ ਹੋਣਾ। ਠੀਕ ਹੈ, ਅਕਾਲੀ ਦਲ ਨੂੰ ਵੀ ਭਾਜਪਾ ਦੇ ਗੱਠਜੋੜ ਦਾ ਫਾਇਦਾ ਹੁੰਦਾ ਸੀ, ਪਰ ਅਸਲ ਵਿੱਚ ਭਾਜਪਾ ਨੇ ਜੇ ਕੋਈ ਬੇਸ ਆਪਣਾ ਬਣਾਇਆ ਪੰਜਾਬ ਵਿੱਚ, ਤੇ ਅਕਾਲੀ ਦਲ ਦੇ ਨਾਲ ਮਿਲ ਕੇ ਬਣਾਇਆ। ਬਿਲਕੁਲ, ਗੱਠਜੋੜ ਨੇ ਬਣਾਇਆ ਜੀ। ਤੇ ਅੱਜ ਭਾਜਪਾ ਜਿਸ ਸਥਿਤੀ ਦੇ ਵਿੱਚ ਹੈ, ਭਾਜਪਾ ਨੂੰ ਇਹ ਗੱਲ ਹਜ਼ਮ ਹੋਣੀ ਜਿਹੜੀ ਔਖੀ ਜਾਪ ਰਹੀ ਹੈ ਕਿ ਸਾਡੀ ਕੇਂਦਰ ਵਿੱਚ ਇੰਨੀ ਵੱਡੀ ਮੈਜੋਰਟੀ ਸਰਕਾਰ ਹੋਵੇ, ਇੰਨੇ ਸੂਬਿਆਂ ਦੇ ਵਿੱਚ ਸਰਕਾਰ ਹੋਵੇ, ਤੇ ਪੰਜਾਬ ਦੇ ਵਿੱਚ ਸਾਨੂੰ ਉਮੀਦਵਾਰ ਨਹੀਂ ਮਿਲ ਰਹੇ ਵੋਟਾਂ 'ਚ ਖੜੇ ਕਰਨ ਵਾਸਤੇ। ਬਿਲਕੁਲ, ਉਮੀਦਵਾਰ ਮਿਲ ਸਕਦੇ ਨੇ। ਹੁਣ ਜਿਹੜੀ ਗੱਲ ਮੀਨਾਕਸ਼ੀ ਲੇਖੀ ਨੇ ਕੀਤੀ ਹੈ, ਉਸਦੇ ਦੋ ਹੀ ਅਰਥ ਨਿਕਲਦੇ ਨੇ ਜੀ। ਤੀਸਰਾ ਅਰਥ ਸਿਰਫ ਹਾਸੇ ਵਾਲਾ, ਉਹ ਅਸੀਂ ਗੱਲ ਨਹੀਂ ਕਰਦੇ ਕਿਉਂਕਿ ਇੰਨੇ ਵੱਡੇ ਲੀਡਰ ਤੋਂ ਇੰਨੀ ਹਲਕੀ ਗੱਲ ਦੀ ਅਸੀਂ ਉਮੀਦ ਨਹੀਂ ਕਰ ਸਕਦੇ ਜੀ। ਜਿਹੜੇ ਦੋ ਅਰਥ ਨਿਕਲਦੇ ਨੇ ਉਹਨਾਂ ਵਿੱਚੋਂ ਇੱਕ ਤਾਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਲਾ ਮਾਧਿਅਮ ਹੈ, ਕਿ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਭਾਜਪਾ ਆਪਣੀ ਪੰਜਾਬ ਵਿੱਚ ਪੈਂਠ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਜੀ। ਦੂਸਰਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ
ਕਿਸੇ ਤਰੀਕੇ ਖਤਮ ਹੁੰਦਾ ਵੇਖ ਰਹੇ ਨੇ, ਜਾਂ ਉਹ ਸਮਝ ਰਹੇ ਨੇ ਕਿ ਖੇਤੀ ਬਿੱਲਾਂ ਦੇ ਜ਼ਰੀਏ ਅਸੀਂ ਕਿਸਾਨਾਂ ਨੂੰ ਖੁਸ਼ ਕਰ ਲੈਣਾ ਹੈ, ਤੇ ਫਿਰ ਜਿਹੜੇ ਆਪਣੇ ਕਿਸਾਨ ਆਗੂਆਂ ਦੀ ਵੀ ਹਮਾਇਤ ਤੇ ਹੋਰਨਾਂ ਲੋਕਾਂ ਦੀ ਵੀ ਹਮਾਇਤ ਲੈ ਕੇ ਅਸੀਂ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੀ ਬੇਸਿਕਲੀ ਬੰਗਾਲ ਦੇ ਵਿੱਚ ਵੀ ਭਾਜਪਾ ਦਾ ਹਾਲ ਬਹੁਤ ਮੰਦਾ ਸੀ ਕਿਸੇ ਜੀ ਸਮੇਂ ਤੇ। ਹੂੰ ਭਾਵੇਂ ਕਿ ਮਮਤਾ ਬੈਨਰਜੀ ਨੂੰ ਗੱਦੀਆਂ ਲਾਉਣ ਦੇ ਵਿੱਚ ਭਾਜਪਾ ਸਫਲ ਨਹੀਂ ਹੋਈ, ਪਰ ਇਹ ਨਾ ਭੁੱਲੋ ਹੂੰ ਕਿ ਭਾਜਪਾ ਨੇ ਆਪਣਾ ਵੱਡਾ ਆਧਾਰ ਉੱਥੇ ਬਣਾ ਲਿਆ ਹੈ। ਬਿਲਕੁਲ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਆਧਾਰ ਦੀ ਤਲਾਸ਼ ਵਿੱਚ ਨੇ, ਹੂੰ ਸਿੱਖ ਚਿਹਰੇ ਦੀ ਤਲਾਸ਼ ਵਿੱਚ ਨੇ, ਜੀ ਜਿਸ ਨੂੰ ਅੱਗੇ ਕਰਨਾ ਹੈ। ਉਹ ਹੌਲੀ ਹੌਲੀ ਉਹਨਾਂ ਨੂੰ ਮਿਲ ਰਹੇ ਨੇ, ਤੇ ਜੇ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਉਹਨਾਂ ਨੂੰ ਹਾਲ ਦੀ ਘੜੀ ਮਿਲਦਾ ਹੈ, ਜਿਸ ਨਾਲ ਪੈਰ ਜਮਾਉਣ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲਦੀ ਹੈ, ਜੀ ਤੇ ਕਿਸਾਨ ਅੰਦੋਲਨ ਦੇ ਜ਼ਰੀਏ ਸਭ ਕੁਝ ਕਰਕੇ ਜਿਹੜਾ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਯਤਨ ਕਰਦੇ ਨੇ, ਤੇ ਉਹਨਾਂ ਦੀ ਕੋਸ਼ਿਸ਼ ਹੋ ਸਕਦੀ ਹੈ। ਪਰ ਮੈਨੂੰ ਲੱਗਦਾ ਨਹੀਂ, ਜਿਸ ਤਰ੍ਹਾਂ ਦੇ ਹਲਕੇ ਬਿਆਨ ਮੀਨਾਕਸ਼ੀ ਨੇ ਪਹਿਲਾਂ ਦਿੱਤੇ ਨੇ ਕਿਸਾਨਾਂ ਬਾਰੇ, ਜੀ ਉਹਨਾਂ ਦੇ ਬਿਆਨ ਦੇ ਵਿੱਚ ਕੋਈ ਸੁਹਿਰਦਤਾ ਹੋਵੇਗੀ, ਮੈਨੂੰ ਇਹ ਲੱਗਦਾ ਨਹੀਂ। ਜੀ ਕੁਲਦੀਪ ਜੀ, ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਤਾਂ ਚਲੋ ਭਾਜਪਾ ਹੈ, ਕੇਂਦਰ ਦੇ ਵਿੱਚ ਹੈਗੀ ਹੈ, ਪਰ ਜੇ ਅਸੀਂ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਇੱਕ ਇਹੋ ਜਿਹਾ ਕਦਮ ਫਿਰ ਤੋਂ, ਅਸੀਂ ਦੁਬਾਰਾ ਇਹ ਕਹਾਂਗੇ ਕਿ ਫਿਰ ਤੋਂ ਉਹਨਾਂ ਨੇ ਇੱਕ ਇਹੋ ਜਿਹਾ ਕਦਮ ਪੁੱਟਿਆ ਹੈ ਜਿਹਦੇ ਨਾਲ 84 ਪੀੜਤਾਂ ਦੇ ਜਿਹੜੇ ਜ਼ਖਮ ਨੇ ਉਹ ਫਿਰ ਤੋਂ ਹਰੇ ਹੋ ਗਏ ਨੇ। ਉਹਨਾਂ ਨੇ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਦੀ ਕਾਰਜਕਾਰਨੀ ਦੇ ਵਿੱਚ ਸ਼ਾਮਿਲ ਕਰ ਲਿਆ ਹੈ। ਕੀ ਕਹਿਣਾ ਚਾਹੋਗੇ? ਬੜੀ ਬਦਕਿਸਮਤੀ ਦੀ ਗੱਲ ਹੈ ਜੀ ਕਿ 77-78 ਸਾਲਾ ਜਗਦੀਸ਼ ਟਾਈਟਲਰ ਤੋਂ ਬਿਨਾਂ ਕਾਂਗਰਸ ਨੂੰ ਦਿੱਲੀ ਦੇ ਵਿੱਚ ਆਪਣਾ ਵਜੂਦ ਨਹੀਂ ਮਿਲ ਰਿਹਾ। ਬਿਲਕੁਲ ਅਸਲ ਵਿੱਚ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸ਼ੀਲਾ ਦੀਕਸ਼ਿਤ ਦੇ ਉੱਥੋਂ ਜਾਣ ਤੋਂ ਬਾਅਦ ਕਾਂਗਰਸ ਨੇ ਆਧਾਰ ਗਵਾਇਆ, ਬਲਕਿ ਸ਼ੀਲਾ ਦੀਕਸ਼ਿਤ ਦੇ ਹੁੰਦੇ ਗਵਾ ਲਿਆ ਸੀ। ਜੀ 3 ਵਾਰੀ ਦੀ ਮੁੱਖ ਮੰਤਰੀ ਰਹੀ ਹੋਵੇ ਤੇ ਆਪਣੀ ਸੀਟ ਨਾ ਬਚਾ ਸਕੇ। ਬਿਲਕੁਲ ਔਰ ਜਿਉਂ ਕੇਜਰੀਵਾਲ ਦੀ ਪਾਰਟੀ ਦਾ ਦਬਦਬਾ ਉੱਥੇ ਬਣਿਆ ਹੈ, ਵਿਧਾਨ ਸਭਾ ਦੇ ਵਿੱਚ ਤੇ ਲੋਕ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦਾ, ਕਾਂਗਰਸ ਨੂੰ ਤੇ ਗੋਲ ਆਂਡਾ ਹੀ ਮਿਲਦਾ ਰਿਹਾ। ਬਿਲਕੁਲ 1 ਜਾਂ 2 ਸੀਟਾਂ ਦਾ ਹੋਣਾ ਇੱਕ ਇੰਨੀ ਵੱਡੀ ਪਾਰਟੀ ਵਾਸਤੇ ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਬਿਲਕੁਲ ਦਿੱਲੀ ਦੇ ਵਿੱਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਵਾਰੀ ਫੇਰ ਆਪਣੇ ਪੈਰਾਂ ਤੇ ਘੋੜਾ ਮਾਰਨ ਦਾ ਯਤਨ ਜਿਹੜਾ ਹੈ ਉਹ ਕਾਂਗਰਸ ਦੀ ਹਾਈ ਕਮਾਨ ਨੇ ਕੀਤਾ। ਬਿਲਕੁਲ ਸੋਨੀਆ ਗਾਂਧੀ ਨੇ ਉਹਨਾਂ ਨੂੰ ਨਿਯੁਕਤ ਕੀਤਾ। ਜਗਦੀਸ਼ ਟਾਈਟਲਰ ਜਿਹੜੇ ਨੇ, ਉਹਨਾਂ ਦਾ ਜਿਹੜਾ ਰਿਕਾਰਡ ਹੈ ਦਿੱਲੀ ਕਤਲੇਆਮ ਦੇ ਵਿੱਚ, ਜੀ ਉਹ ਸਾਰਿਆਂ ਨੂੰ ਪਤਾ ਹੈ। ਭਾਵੇਂ ਕਿ ਕਲੀਨ ਚਿੱਟ ਉਹਨਾਂ ਨੂੰ CBI ਨੇ ਦੇ ਦਿੱਤੀ ਸੀ, ਤੇ ਪਰ ਇੱਕ ਅਦਾਲਤ ਨੇ ਫਿਰ ਉਹ ਕਲੀਨ ਚਿੱਟ ਜਿਹੜੀ ਹੈ ਉਹ ਰੱਦ ਕੀਤੀ ਹੋਈ ਹੈ, ਤੇ ਕੇਸ ਉਹਨਾਂ ਦਾ ਪੈਂਡਿੰਗ ਹੈ। ਉਹਨਾਂ ਦੇ ਸਾਥੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਜੀ ਤੇ ਇਸ ਵੇਲੇ ਕਾਂਗਰਸ ਵੱਲੋਂ ਅਜਿਹਾ ਕਦਮ ਚੁੱਕਣਾ ਇਹ ਗਲੇ ਚੋਂ ਨਹੀਂ ਉਤਰਦਾ। ਬਿਲਕੁਲ ਇਹ ਗੱਲ ਸਮਝ ਨਹੀਂ ਆਉਂਦੀ ਕਿ ਕਾਂਗਰਸ ਨੇ ਅਜਿਹਾ ਕਦਮ ਕਿਉਂ ਚੁੱਕਿਆ, ਤੇ ਕਿਉਂ ਜਗਦੀਸ਼ ਟਾਈਟਲਰ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਜੀ ਜਗਦੀਸ਼ ਟਾਈਟਲਰ ਬਾਰ-ਬਾਰ ਇਹ ਕਹਿੰਦੇ ਨੇ ਕਿ ਮੇਰਾ ਕੋਈ ਕਸੂਰ ਨਹੀਂ ਹੈ। ਇਹੋ ਗੱਲ ਤੇ ਬਹੁਤ ਬੰਦੇ ਕਹਿੰਦੇ ਨੇ, ਫਿਰ ਬਾਅਦ ਵਿੱਚ ਕਸੂਰ ਨਿਕਲ ਆਉਂਦਾ ਜਦੋਂ ਅਦਾਲਤਾਂ ਸਹੀ ਕੰਮ ਕਰਦੀਆਂ ਨੇ। ਜੀ ਨਾਨਾਵਤੀ ਕਮਿਸ਼ਨ ਦੇ ਵਿੱਚ ਇਹ ਗੱਲ ਕੀਤੀ ਹੋਈ ਹੈ ਕਿ ਜਗਦੀਸ਼ ਟਾਈਟਲਰ ਦਾ ਰੋਲ ਹੈ, ਇਸ ਮਾਮਲੇ ਦੇ ਵਿੱਚ ਉਹ ਇਨਵੋਲਵ ਸਨ। ਜੀ ਕਿਵੇਂ ਸਨ, ਕਿਸ ਤਰ੍ਹਾਂ ਸਨ, ਇਹ ਪੁਲਿਸ ਨੇ ਜਾਂਚ ਕਰਨੀ ਹੈ। ਜਾਂਚ ਜਿਹੜੇ ਕਮਿਸ਼ਨ ਬੈਠਦੇ ਨੇ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਹੋਈਆਂ ਨੇ। ਜੀ ਸਰਕਾਰਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ, ਤੇ ਇੱਕ ਵੱਖਰੀ ਗੱਲ ਹੈ। ਹੁਣ ਜੇ ਭਾਜਪਾ ਦੀ ਇੰਨੀ ਮਜ਼ਬੂਤ ਸਰਕਾਰ ਕੇਂਦਰ ਦੇ ਵਿੱਚ ਨਾ ਆਉਂਦੀ, ਜੀ ਤੇ ਸੱਜਣ ਕੁਮਾਰ ਨੂੰ ਵੀ ਸਜ਼ਾ ਹੋਣੀ ਮੁਸ਼ਕਿਲ ਸੀ, ਕਿਉਂਕਿ ਅਦਾਲਤਾਂ ਦੀ ਆਜ਼ਾਦਾਨਾ ਸੋਚ ਤੇ ਜਿਹੜਾ ਉਹ ਸ਼ੱਕ ਕੀਤਾ ਜਾਂਦਾ ਰਿਹਾ ਕਿ ਉਹ ਕੇਂਦਰ ਸਰਕਾਰ ਤੋਂ ਲਾਂਭੇ ਹੋ ਕੇ ਨਹੀਂ ਚੱਲ ਸਕਦੀਆਂ। ਜੀ ਹੁਣ ਜੇ ਜਗਦੀਸ਼ ਟਾਈਟਲਰ ਕੋਲ ਕੋਈ ਵਾਕਈ ਕੁਝ ਕੀ ਕਲੀਨ ਚਿੱਟ ਹੈ ਖਾਸ, ਜਿਹੜੀ ਕਿ ਨਹੀਂ ਹੈ, ਤੇ ਫਿਰ ਤੇ ਕਾਂਗਰਸ ਉਹਨਾਂ ਨੂੰ ਸ਼ਾਮਲ ਕਰ ਲਵੇ। ਪਰ ਏਡੀ ਕਿਹੜੀ ਗੱਲ ਹੈ ਵੀ ਜਗਦੀਸ਼ ਟਾਈਟਲਰ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਉਹਨਾਂ ਦਾ। ਬਿਲਕੁਲ ਹੋਰ ਕੋਈ ਲੱਭਿਆ ਹੀ ਨਹੀਂ। ਕਾਂਗਰਸ ਨੇ ਫਿਰ ਇੱਕ ਵਾਰੀ ਬੈਕ ਟਰੈਕ ਹੋ ਕੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹੋ ਹੀ ਪੁਰਾਣਾ ਰੂਪ ਦਿਖਾਉਣ ਦਾ ਯਤਨ ਕੀਤਾ, ਤੇ ਕੁਝ ਖਾਸ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ। ਕਾਰਜਕਾਰਨੀ ਤੁਸੀਂ ਬਣਾ ਸਕਦੇ ਹੋ, ਬਣਾਓ, 100 ਵਾਰੀ ਬਣਾਓ, ਪਰ ਉਸ ਦੇ ਬੰਦੇ ਤਾਂ ਸਹੀ ਤਰੀਕੇ ਨਾਲ ਚੁਣਨ ਦੀ ਕੋਸ਼ਿਸ਼ ਕਰੋ। ਸੀਨੀਅਰ ਆਗੂਆਂ ਨੂੰ ਜੇ ਤੁਸੀਂ ਲੈਣਾ ਹੀ ਹੈ ਤੇ ਹੋਰ ਇੰਨੇ ਸੀਨੀਅਰ ਆਗੂ ਨੇ, ਉਹਨਾਂ ਨੂੰ ਲਓ। ਦੇਖੋ ਗੱਲ ਇਹ ਹੈ, ਜੇ ਕਪਿਲ ਸਿੱਬਲ ਵਰਗੇ ਉੱਥੇ ਮੌਜੂਦ ਨੇ, ਅਜੇ ਮਾਕਨ ਮੌਜੂਦ ਨੇ, ਜਨਾਰਦਨ ਦਵਿਵੇਦੀ ਮੌਜੂਦ ਨੇ, ਤੇ ਫਿਰ ਜਗਦੀਸ਼ ਟਾਈਟਲਰ ਨੂੰ ਛੱਡਿਆ ਵੀ ਜਾ ਸਕਦਾ ਸੀ। ਪਰ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਜਿਵੇਂ ਸੌਦਾ ਸਾਧ ਨੂੰ ਸਾਡੀਆਂ ਪਾਰਟੀਆਂ ਰੋਕਣ ਦੇ ਵਿੱਚ, ਫੜਨ ਦੇ ਵਿੱਚ, ਕਾਬੂ ਕਰਨ 'ਚ ਸਮਰੱਥ ਰਹੀਆਂ, ਅਖੀਰ ਅਦਾਲਤਾਂ ਦੇ ਜ਼ਰੀਏ ਕੰਮ ਹੋਇਆ ਸੀ। ਜਗਦੀਸ਼ ਟਾਈਟਲਰ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋ ਸਕਦਾ। ਕਾਂਗਰਸ ਦਾ ਦੁਬਾਰਾ ਸ਼ਾਮਲ ਕਰਨਾ ਇਸ ਕਰਕੇ ਵੀ ਹੈਰਾਨੀਜਨਕ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪੱਤਰਕਾਰ ਜਰਨੈਲ ਸਿੰਘ, ਜਿਨ੍ਹਾਂ ਦੀ ਮੌਤ ਹੋ ਗਈ ਹੈ ਕੋਵਿਡ ਦੇ ਨਾਲ,
ਉਹ ਬੜੇ ਵੱਡੇ ਅਖਬਾਰ ਸਮੂਹ ਦੇ ਨਾਲ ਗੱਲ ਕਰਦੇ ਕੰਮ ਕਰਦੇ ਸਨ। ਜੀ ਇੰਨੇ ਵੱਡੇ ਅਖਬਾਰ ਸਮੂਹ ਦੇ ਨਾਲ ਸਨ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਉਹ ਬੈਠ ਕੇ ਪ੍ਰੈਸ ਵਾਰਤਾ ਦੇ ਵਿੱਚ ਬੈਠੇ ਹੋਏ ਸੀ। ਜੀ ਜਦੋਂ ਚਿਦੰਬਰਮ ਨੂੰ ਉਹਨਾਂ ਨੇ HKL ਭਗਤ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਟਿਕਟਾਂ ਦਿੱਤੇ ਜਾਣ ਦਾ ਮਾਮਲਾ ਉਠਾਇਆ ਤੇ ਚਿਦੰਬਰਮ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ। ਜੀ ਜਰਨੈਲ ਸਿੰਘ ਨੇ ਜੁੱਤੀ ਚੁੱਕੀ ਆਪਣੀ ਲਾਈ ਤੇ ਚਿਦੰਬਰਮ ਵੱਲ ਸੁੱਟ ਦਿੱਤੀ, ਬਲਕਿ ਸਾਈਡ ਨੂੰ ਸੁੱਟ ਦਿੱਤੀ, ਖਿੱਚ ਕੇ ਮਾਰੀ ਨਹੀਂ। ਜਿਵੇਂ ਸ਼ੋਅ ਕੀਤਾ ਹੋਵੇ ਰਿਜ਼ੈਂਟਮੈਂਟ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬਾਅਦ ਵਿੱਚ ਛੱਡ ਦਿੱਤਾ ਗਿਆ। MLA ਵੀ ਰਹੇ ਨੇ ਦਿੱਲੀ ਤੋਂ। ਜੀ ਤੇ ਉਸ ਜੁੱਤੀ ਮਾਰਨ ਤੋਂ, ਜੁੱਤੀ ਸੁੱਟਣ ਦੀ ਘਟਨਾ ਤੋਂ ਬਾਅਦ ਦੋਨਾਂ ਦੀਆਂ ਟਿਕਟਾਂ ਉਸ ਵੇਲੇ ਕਾਂਗਰਸ ਨੇ ਕੱਟ ਦਿੱਤੀਆਂ ਸੀ। ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਫਿਰ ਦੁਬਾਰਾ ਉਹਨਾਂ ਨੂੰ ਸ਼ਾਮਲ ਕਰਕੇ ਕੀ ਹਾਸਲ ਕਰਨਾ ਹੈ। ਬਿਲਕੁਲ ਇਹ ਦਿੱਲੀ ਕਤਲੇ-ਆਮ ਦੇ ਮਾਮਲੇ ਦੇ ਵਿੱਚ ਕਾਂਗਰਸ ਵਾਰ-ਵਾਰ ਝੂਠੀ ਸਾਬਤ ਹੋਈ ਹੈ। ਤੇ ਇੱਕ ਵਾਰੀ ਫਿਰ ਜਿਹੜਾ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਹੋਇਆ ਤੇ ਇਸ ਮਾਮਲੇ ਤੇ ਜਵਾਬ ਦੇਣਾ ਉਹਨਾਂ ਨੂੰ ਔਖਾ ਹੋਵੇਗਾ। ਜੀ ਕੁਲਦੀਪ ਜੀ, ਦਿੱਲੀ ਦੀ ਗੱਲ ਕਰੀਏ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਚੰਨੀ ਸਾਹਿਬ, ਉਹ ਵੀ ਦਿੱਲੀ ਵੱਲ ਬਹੁਤ ਜਾ ਰਹੇ ਨੇ ਤੇ ਇਸ ਬਾਰੇ ਅਸੀਂ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੀ ਕੁਲਦੀਪ ਜੀ, ਗੱਲ ਕਰ ਰਹੇ ਸੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ। ਜੇ ਹੁਣ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਹ ਵੀ ਇਸ ਵੇਲੇ ਕਾਫੀ ਚਰਚਾ ਵਿੱਚ ਨੇ ਜੀ। ਦਿੱਲੀ ਵਿੱਚ ਉਹਨਾਂ ਦਾ ਗੇੜੇ ਤੇ ਗੇੜਾ ਠਾ ਗੇੜਾ, ਜਦੋਂ ਦੇ ਉਹ ਮੁੱਖ ਮੰਤਰੀ ਬਣੇ ਨੇ ਉਹ ਦਿੱਲੀ ਦੇ ਹੀ ਝੂਟੇ ਲੈਂਦੇ ਜਾ ਰਹੇ ਨੇ ਤੇ ਲੋਕ ਕਾਫੀ ਜ਼ਿਆਦਾ ਉਹਨਾਂ ਤੋਂ ਉਮੀਦਾਂ ਪੰਜਾਬ ਦੇ ਲੋਕ ਲਗਾ ਕੇ ਬੈਠੇ ਹੋਏ ਸੀ ਕਿ ਚਰਨਜੀਤ ਸਿੰਘ ਚੰਨੀ ਇੱਦਾਂ ਕਰਨਗੇ, ਉੱਦਾਂ ਕਰਨਗੇ। ਪਰ ਕਿਤੇ ਕਿਤੇ ਜਾ ਕੇ ਲੋਕਾਂ ਵਿੱਚ ਥੋੜਾ ਗੁੱਸਾ ਵੀ ਆਉਣਾ ਸ਼ੁਰੂ ਹੋ ਗਿਆ ਕਿ ਚੰਨੀ ਸਾਹਿਬ ਤਾਂ ਜਦੋਂ ਦੇਖੋ ਉਦੋਂ ਹੀ ਜਹਾਜ਼ ਦੇ ਝੂਟੇ ਲੈਂਦੇ ਨੇ ਤੇ ਦਿੱਲੀ ਪਹੁੰਚ ਜਾਂਦੇ ਨੇ। ਕੀ ਕਹਿਣਾ ਚਾਹੋਗੇ ਚੰਨੀ ਸਾਹਿਬ ਦੇ ਦਿੱਲੀ ਗੇੜਿਆਂ ਬਾਰੇ? ਇੱਕ ਪੰਜਾਬੀ ਦਾ ਗੀਤ ਹੈ ਜੀ, ਖੜੇ ਤੈਨੂੰ ਪਿੱਟਦੇ ਆ ਸੱਪ ਦੀਏ ਲੀਕੇ ਨਹੀਂ, ਜੀ ਫੌਜਦਾਰੀ ਕੇਸ ਵਿੱਚ ਪੈਂਦੀ ਏ ਤਰੀਕੇ ਨਹੀਂ, ਜੀ ਜਦੋਂ ਦਿਲ ਕੀਤਾ ਘੱਲ ਸਮਨ ਬੁਲਾ ਲਿਆ, ਸਾਨੂੰ ਤੇਰੇ ਸ਼ਹਿਰ ਦੀਆਂ ਗੇੜਿਆਂ ਨੇ ਖਾ ਲਿਆ। ਜੀ ਇਸ ਗੀਤ ਦੇ ਲਫ਼ਜ਼ਾਂ ਵਾਂਗ ਚਰਨਜੀਤ ਸਿੰਘ ਚੰਨੀ, ਮੇਰਾ ਖਿਆਲ ਹੈ ਕਿ ਇਹੋ ਜਿਹੀ ਤਾਂ ਨਹੀਂ ਗੱਲ ਹੋਵੇਗੀ ਕਿ ਗੇੜਿਆਂ ਨੇ ਖਾ ਲਿਆ। ਉਹ ਤੇ ਬੜੇ ਖੁਸ਼ੀ ਜਾਂਦੇ ਹੋਣਗੇ ਬਿਲਕੁਲ ਕਿ ਗੜੀਰ ਨਾ ਮਿਲਿਆ। ਇਹ ਹੈਲੀਕਾਪਟਰ ਵੈਸੇ ਤਾਂ, ਪਰ ਬਣਾ ਉਸਦਾ ਗੜੀਰ ਨਾ ਲਿਆ ਪੰਜਾਬ ਸਰਕਾਰ ਨੇ। ਜੀ ਉਸ ਨੂੰ ਜਦੋਂ ਦਿਲ ਕਰਦਾ ਹੈ ਕੱਢੋ ਵੇ ਮੁੰਡਿਓ ਇਹਨੂੰ ਕਰੋ ਸਾਫ਼, ਤੇਲ ਪਾਣੀ ਕਰੋ ਚੈੱਕ ਤੇ ਚੱਲੀਏ ਦਿੱਲੀ ਨੂੰ। ਚਲਿਏ ਬਿਲਕੁਲ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਘਰ ਤੋਂ ਮੋਹਾਲੀ ਏਅਰਪੋਰਟ ਦਾ ਰਸਤਾ ਵੀ ਕਈ ਵਾਰੀ ਹੈਲੀਕਾਪਟਰ ਵਿੱਚ ਤੈਅ ਕੀਤਾ ਗਿਆ। ਜੀ ਜਦੋਂ ਦੇ ਮੁੱਖ ਮੰਤਰੀ ਬਣੇ ਨੇ, ਜੇ ਮੈਂ ਮੋਟਾ ਜਿਹਾ ਅੰਦਾਜ਼ਾ ਲਾਵਾਂ ਜਾਂ ਚੌਥਾ ਜਾਂ ਪੰਜਵਾਂ ਗੇੜਾ ਉਹਨਾਂ ਦਾ ਦਿੱਲੀ ਹੈ। ਜੀ ਇੱਕ ਗੱਲ ਹੈ, ਜੇ ਪੰਜਾਬ ਦਾ ਕੁਝ ਬਹੁਤ ਵੱਡੇ ਪੱਧਰ ਤੇ ਸਵਾਰ ਹੁੰਦਾ ਹੋਵੇ ਇਸ ਨਾਲ, ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਫੈਸਲਾ ਲੈਣਾ ਹੋਵੇ, ਜਾਂ ਕੇਂਦਰ ਤੋਂ ਕੋਈ ਰਾਹਤ ਫੰਡ ਹੈਲੀਕਾਪਟਰ ਦੇ ਵਿੱਚ ਲੱਦ ਕੇ ਲਿਆਉਣਾ ਹੋਵੇ ਉੱਥੋਂ, ਫਿਰ ਤੇ ਗੇੜੇ ਸਮਝ ਆਉਂਦੇ ਨੇ। ਬਿਲਕੁਲ। ਕਮਿਊਨੀਕੇਸ਼ਨ ਕਿਹਦੇ ਨਾਲ ਹੈ ਮੁੱਖ ਮੰਤਰੀ ਸਾਹਿਬ ਦਾ? ਆਪਣੀ ਹਾਈ ਕਮਾਨ ਨਾਲ। ਜੀ ਜੇ ਆਲਾ ਕਮਾਨ ਨਾਲ ਗੱਲ ਕਰਨੀ ਹੈ ਤੇ 100 ਤਰੀਕੇ ਨੇ। 100 ਤਰੀਕਿਆਂ ਦੇ ਜ਼ਰੀਏ ਗੱਲ ਹੋ ਸਕਦੀ ਹੈ। ਜੇ ਵਿੱਚੋਂ ਇਹ ਵੀ ਖਦਸ਼ਾ ਹੈ ਕਿ ਕੋਈ ਫੜ ਲਵੇਗਾ, ਤੇ ਕੱਲ ਹੀ ਤੇ ਉੱਥੋਂ ਆਏ ਨੇ, ਅੱਜ ਕਿਹੜਾ ਮੁੱਦਾ ਜਿਹੜਾ ਸੀ ਖੜਾ ਹੋ ਗਿਆ। ਬਿਲਕੁਲ। ਇਸ ਵਾਰੀ ਉਹਨਾਂ ਦੇ ਨਾਲ ਮੁਹੰਮਦ ਮੁਸਤਫਾ ਤੇ ਨਵੇਂ ਇੰਚਾਰਜ ਜਿਹੜੇ ਨੇ ਹਰੀਸ਼ ਚੌਧਰੀ, ਉਹ ਗਏ ਨੇ। ਜੀ ਠੀਕ ਹੈ, ਜਾਣਾ ਜਦੋਂ ਕੋਈ ਕੰਮ ਹੋਵੇ ਫਿਰ ਜਾਣਾ ਬਣਦਾ ਹੈ। ਬਿਲਕੁਲ। ਪਰ ਪੰਜਾਬ ਦਾ ਵੱਡਾ ਜਿਹੜਾ ਖਰਚਾ ਹੈ ਹੈਲੀਕਾਪਟਰ ਦਾ, ਪੰਜਾਬ ਦੇ ਟੈਕਸ ਦੇਣ ਵਾਲਿਆਂ ਦੀ ਜੇਬ ਤੇ ਹਰ ਵੇਲੇ ਪਾਈ ਜਾਣਾ ਬਿਨਾਂ ਗੱਲ ਤੋਂ, ਬਿਲਕੁਲ, ਇਹ ਕੋਈ ਵਾਜਬ ਨਹੀਂ ਜਾਪਦਾ। ਜੀ ਮੈਂ ਬਿਨਾਂ ਗੱਲ ਤੋਂ ਇਸ ਕਰਕੇ ਆਖਿਆ ਕਿ ਜਾਂ ਤਾਂ ਜਿਹੜੇ ਉਹਨਾਂ ਦੇ ਪਿਛਲੇ ਗੇੜੇ ਨੇ ਉਹਨਾਂ ਦੇ ਵਿੱਚੋਂ ਕੋਈ ਸੋਲਿਡ ਰਿਪੋਰਟ ਬਾਅਦ ਵਿੱਚ ਨਿਕਲ ਕੇ ਆਵੇ ਕਿ ਅਸੀਂ ਦਿੱਲੀ ਗਏ ਸੀ, ਪੰਜਾਬ ਸਰਕਾਰ ਉੱਥੋਂ ਆਹ ਲੈ ਕੇ ਆਈ ਹੈ। ਬਿਲਕੁਲ। ਮਸਲੇ ਤੇ ਪਾਰਟੀ ਦੇ ਨੇ, ਇੱਥੇ ਪਾਰਟੀ ਖੇਰੂ ਹੋਈ ਪਈ ਹੈ। ਜੀ ਇੱਕ ਦਾ ਮੂੰਹ ਇੱਧਰ ਨੂੰ ਹੈ, ਇੱਕ ਦਾ ਇਸ ਪਾਸੇ ਨੂੰ ਹੈ। ਕੋਈ ਇਕੱਠੇ ਬੈਠ ਨਹੀਂ ਸਕਦੇ। ਕੋਈ ਮਾਈਕ ਖਿੱਚ ਕੇ ਆਪਣੇ ਵੱਲ ਨੂੰ ਕਰ ਲੈਂਦਾ ਤੇ ਦੂਸਰਾ ਆਪਣੇ ਵੱਲ ਨੂੰ ਖਿੱਚ ਲੈਂਦਾ। ਕੋਈ ਕਿਸੇ ਨੂੰ ਕੁਝ ਆਖਦਾ ਤੇ ਕੋਈ ਕਿਸੇ ਨੂੰ ਕੁਝ ਆਖਦਾ। ਤੁਹਾਡੇ ਆਪਣੇ ਸਾਬਕਾ PPCC ਦੇ ਪ੍ਰਧਾਨ ਜਿਹੜੇ ਨੇ, ਉਹ ਮਜ਼ਾਕ ਬਣਾ ਰਹੇ ਨੇ ਕਿ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿੱਚ ਤੇ ਪੰਜਾਬ ਦਾ ਦਿੱਲੀ ਵਿੱਚ, ਇਹ ਕੀ ਹੋ ਕੀ ਰਿਹਾ ਹੈ। ਜੇ ਤੇ ਅੱਜ ਦੀ ਉਹਨਾਂ ਦੀ ਫੇਰੀ ਤੋਂ ਬਾਅਦ ਸ਼ਾਮ ਨੂੰ ਕੋਈ ਵੱਡਾ ਐਲਾਨ ਹੋ ਜਾਂਦਾ ਹੈ, ਫਿਰ ਤੇ ਸਮਝਾਂਗੇ ਕਿ ਵਾਕਿਆ ਕੁਝ ਹੈ। ਜੇ ਇਹ ਸਿਰਫ ਪਾਰਟੀ ਮੈਟਰਸ ਨੇ, ਪਾਰਟੀ ਦੇ ਮਸਲੇ ਵਿਚਾਰਨੇ ਨੇ, ਤੇ ਨਾਲ
ਜੇ ਕੋਈ ਇਹੋ ਜਿਹੀ ਗੱਲ ਹੈ ਕਿ ਕਿਹਨੂੰ ਖੂੰਜੇ ਲਾਉਣਾ ਹੈ ਤੇ ਕਿਹਨੂੰ ਰੱਖਣਾ ਹੈ ਤੇ ਕਿਹਨੂੰ ਕੱਢਣਾ ਹੈ, ਹੂੰ ਫੇਰ ਤੇ ਮੇਰਾ ਮਤਲਬ ਹੈ ਕਿ ਹੈਲੀਕਾਪਟਰ ਤੇ ਜਾਣਾ ਬਿਲਕੁਲ ਵਾਜਬ ਨਹੀਂ ਕਿਸੇ ਪਾਸਿਓਂ। ਬਿਲਕੁਲ ਵੀਡੀਓ ਕਾਨਫਰੰਸਿੰਗ ਠੀਕ, ਵੀ ਅੱਜ ਕੱਲ੍ਹ ਇੱਕ ਬੜਾ ਵਧੀਆ ਮਾਧਿਅਮ ਹੈ। ਸਭ ਕੁਝ ਹੋ ਸਕਦਾ ਹੈ, ਜੀ। ਠੀਕ ਹੈ, ਪਰ ਭਰੋਸਾ ਨਹੀਂ ਹੁੰਦਾ ਹੂੰ ਕਿਸੇ ਤੇ ਵੀ। ਅੱਜ ਕੱਲ੍ਹ ਹੂੰ ਰਾਜਨੀਤੀਵਾਨ ਤਾਂ ਬਿਲਕੁਲ ਵੀ ਕਿਸੇ ਤੇ ਭਰੋਸਾ ਨਹੀਂ ਕਰਦੇ। ਜੀ। ਚਲੋ ਠੀਕ ਹੈ, ਕੌਨਫੀਡੈਂਸ਼ੀਅਲ ਗੱਲਾਂ ਹੁੰਦੀਆਂ ਨੇ। ਹੂੰ ਅਜਿਹੀ ਕਿਹੜੀ ਗੱਲ ਹੈ ਕਿ ਕੱਲ ਹੀ ਉੱਥੋਂ ਆਏ ਨੇ ਤੇ ਅੱਜ ਫੇਰ ਜਾਣਾ ਪੈ ਗਿਆ? ਬਿਲਕੁਲ। ਕਿੰਨੇ ਗੜੇ ਲੱਗਣਗੇ ਇਸ ਤਰ੍ਹਾਂ? ਕੋਈ ਜੀ। ਹਿਸਾਬ ਕਿਤਾਬ ਹੈ? ਹੂੰ ਪੰਜਾਬ ਦੇ ਤੇ ਅੱਗੇ ਹੀ ਇੰਨੇ ਸਾਲ ਬਰਬਾਦ ਹੋ ਗਏ ਨੇ, ਖੂਹ ਵਿੱਚ ਪੈ ਗਏ ਨੇ, ਜੀ। ਤੇ ਫਿਰ ਇਸ ਤਰ੍ਹਾਂ ਸਾਡੇ ਕੋਲ ਤੇ ਘੰਟਿਆਂ ਦਾ ਸਮਾਂ ਬਚਿਆ ਹੈ ਬਿਲਕੁਲ ਕਿ ਕਿੰਨੇ ਦਿਨ ਬਾਕੀ ਬਚੇ ਨੇ ਅਗਲੀਆਂ ਵੋਟਾਂ ਹੋਣ ਦੇ ਵਿੱਚ ਤੇ ਚੋਣ ਜ਼ਾਬਤਾ ਲੱਗਣ ਦੇ ਵਿੱਚ। ਇਹ ਜੀ। ਗੇੜਿਆਂ ਨਾਲ ਸਾਡਾ ਕੀ ਸਵਾਰ ਹੋਣਾ? ਕੰਮ ਤੇ ਪੰਜਾਬ ਵਿੱਚ ਸਾਰੇ ਪੈਂਡਿੰਗ ਨੇ। ਬਿਲਕੁਲ ਰਾਹੁਲ ਗਾਂਧੀ ਜਿਹੜੇ ਨੇ, ਉਹਨਾਂ ਕੋਲ ਅਸਲ ਵਿੱਚ ਭਾਵੇਂ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਆਖਿਆ ਜਾ ਸਕਦਾ ਕਿ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਕੋਲ ਇੰਨੀਆਂ ਸੀਟਾਂ ਲੋਕ ਸਭਾ ਦੇ ਵਿੱਚ ਨਹੀਂ ਕਿ ਉਹ ਵਿਰੋਧੀ ਧਿਰ ਦੇ ਆਗੂ ਵੀ ਅਖਵਾ ਸਕਣ, ਜੀ। ਤੇ ਉਹ ਵਿਹਲੇ ਨੇ। ਉਹ 2-2 ਮਹੀਨੇ ਛੁੱਟੀਆਂ ਤੇ ਗਾਇਬ ਰਹਿੰਦੇ ਨੇ, ਕਦੀ ਇਟਲੀ ਜਾਂਦੇ ਨੇ, ਕਦੀ ਕਿਤੇ ਜਾਂਦੇ ਨੇ, ਜੀ। ਤੇ ਉਹ ਪੰਜਾਬ ਨਹੀਂ ਆ ਸਕਦੇ? ਪੰਜਾਬ ਵਿੱਚ ਵੀ ਮੌਸਮ ਬਹੁਤ ਸੋਹਣਾ ਆ, ਚੰਡੀਗੜ੍ਹ ਬੜਾ ਖੂਬਸੂਰਤ ਸ਼ਹਿਰ ਹੈ, ਇੱਥੇ ਆ ਕੇ ਘੁੰਮਣ। ਜਲਿਆਂਵਾਲਾ ਬਾਗ ਨਵਾਂ ਬਣਿਆ ਹੈ, ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਪਹਾੜਾਂ ਨੂੰ ਜਾ ਆਉਣ, ਕਿਤੇ ਜਾਣ, ਰਹਿਣ ਇੱਥੇ, ਪੰਜਾਬ ਦਾ ਮਸਲਾ ਹੱਲ ਕਰਨ। ਜੇ ਪੰਜਾਬ ਇੰਨਾ ਇੰਪੋਰਟੈਂਟ ਹੈ, ਯੂਪੀ ਵੀ ਇੰਪੋਰਟੈਂਟ ਹੈ। ਯੂਪੀ ਦੇ ਵਿੱਚ ਤੇ ਪ੍ਰਿਅੰਕਾ ਗਾਂਧੀ ਨੇ ਆਪੇ ਹੀ ਦੇਖ ਲੈਣਾ, ਉਹ ਇੰਚਾਰਜ ਬਣਾ ਦਿੱਤਾ ਉੱਥੇ ਨੂੰ। ਨਾਲੇ ਜੀ। ਯੂਪੀ ਦੇ ਵਿੱਚ ਕਿਹੜੀ ਸਰਕਾਰ ਬਣੀ ਹੋਈ ਜਾਂ ਕੋਈ ਲੱਤਾਂ ਖਿੱਚਣ ਵਾਲਾ ਕੰਮ ਹੈ? ਬਿਲਕੁਲ ਯੂਪੀ ਦੇ ਵਿੱਚ ਤੇ ਗਾਉਣ ਨੂੰ ਹੈ ਹੀ ਕੁਝ ਨਹੀਂ। ਜੀ। ਪੰਜਾਬ ਵਿੱਚ ਗਾਉਣ ਲਈ ਸਾਰਾ ਕੁਝ ਹੈ। ਜੇ ਸਭ ਕੁਝ ਦਾਅ ਤੇ ਲੱਗਾ ਹੋਇਆ ਪੰਜਾਬ ਦੇ ਵਿੱਚ, ਤੇ ਮੁੱਖ ਮੰਤਰੀ ਜੀ ਗੇੜੇ ਘਟਾਓ, ਕੰਮ ਵੱਲ ਧਿਆਨ ਦਿਓ, ਤੇ ਰਾਹੁਲ ਜੀ ਨੂੰ ਕਹੋ ਤੁਸੀਂ ਇੱਥੇ ਆ ਕੇ ਰਹੋ। ਉਹਨਾਂ ਦੀ ਮਹਿਮਾਨ ਨਵਾਜ਼ੀ ਜਿੰਨੀ ਚੰਗੀ ਤਰ੍ਹਾਂ ਕਰਨੀ ਹੈ ਕਰ ਲਓ। ਨਾਲੇ ਜਿਹਦਾ ਦਿਲ ਕਰੇਗਾ, ਜਿਹਨੂੰ ਜਿਹੜੇ ਮਰਜ਼ੀ ਵੇਲੇ ਜਾ ਕੇ ਉਹਨਾਂ ਨੂੰ ਮਿਲ ਸਕਦਾ ਹੈ। ਦਿੱਲੀ ਤੇ ਬਹੁਤ ਦੂਰ ਹੈ, ਦਿੱਲੀ ਦੇ ਸੜਕਾਂ ਤੇ ਐਵੇਂ ਟ੍ਰੈਫਿਕ ਵਧਾਉਣਾ। ਨਾਲੇ ਹੈਲੀਕਾਪਟਰ ਜਿਹੜਾ ਹੈ ਇਹ ਇਸ ਕੰਮ ਲਈ ਨਹੀਂ ਹੈ। ਜੀ। ਮੈਂ ਸਮਝਦਾ ਕਿ ਦਿੱਲੀ ਦੇ ਗੇੜੇ ਇਹ ਮੁੱਖ ਮੰਤਰੀ ਸਾਹਿਬ ਦੇ ਵਾਜਬ ਨਹੀਂ। ਜੇ ਕੋਈ ਠੋਸ ਗੱਲ ਅੱਜ ਨਿਕਲ ਕੇ ਸਾਹਮਣੇ ਨਹੀਂ ਆਉਂਦੀ, ਫਿਰ ਤੇ ਬਿਲਕੁਲ ਵੀ ਵਾਜਬ ਨਹੀਂ। ਜੀ ਜੀ ਕੁਲਦੀਪ ਜੀ, ਜੇ ਅਸੀਂ ਗੱਲ ਕਰੀਏ ਕਾਂਗਰਸ ਦੀ, ਪੰਜਾਬ ਕਾਂਗਰਸ ਦੇ ਵਿੱਚ ਤਾਂ ਪਟਾਕੇ ਪਏ ਹੀ ਹੋਏ ਨੇ, ਤੇ ਹੁਣ ਦੀਵਾਲੀ ਦਾ ਸੀਜ਼ਨ ਜਿਹੜਾ ਉਹ ਨੇੜੇ ਆ ਰਿਹਾ ਹੈ, ਤੇ ਪਟਾਕਿਆਂ ਦੀ ਜਿਹੜੀ ਵਿਕਰੀ ਹੈ ਉਹ ਵੀ ਧੜਾ-ਧੜ ਹੋ ਰਹੀ ਹੈ। ਲੋਕ ਖਰੀਦ ਰਹੇ ਨੇ, ਕਿਉਂ? ਖੁਸ਼ੀ ਦੇ ਮੌਕੇ ਤੇ ਪਟਾਕੇ ਚਲਾਣੇ ਹਮੇਸ਼ਾ ਤੋਂ ਹੀ ਸਾਡਾ ਰਿਵਾਜ ਰਿਹਾ ਹੈ। ਪਰ ਹੁਣ ਇਹਨਾਂ ਪਟਾਕਿਆਂ ਨੂੰ ਲੈ ਕੇ ਇਸ ਉੱਤੇ ਵੀ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਹੈ, ਕੀ ਕਹੋਗੇ? ਹਰਪ੍ਰੀਤ ਜੀ, ਇਸ ਤਰ੍ਹਾਂ ਹੈ ਕਿ ਦੇਖੋ, ਦੁਨੀਆ ਦੇ ਵਿੱਚ ਵਾਤਾਵਰਨ ਤਬਦੀਲ ਹੋ ਰਿਹਾ, ਸਾਰਿਆਂ ਨੂੰ ਪਤਾ ਹੈ। ਜੀ। ਕੁਝ ਆਗੂ ਤੇ ਕੁਝ ਦੇਸ਼ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ। ਜੀ। ਉਹ ਕਹਿੰਦੇ ਨੇ ਦੇਖੋ ਜੀ, ਸਾਡੇ ਤਰੱਕੀ ਕਰਨ ਦਾ ਸਮਾਂ ਆਇਆ ਤੇ ਸਾਡੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਕਿਹੜਾ ਮੌਸਮ ਤਬਦੀਲ ਹੋ ਰਿਹਾ? ਕੁਝ ਨਹੀਂ ਹੋਣ ਲੱਗਾ, ਬਿਲਕੁਲ। ਘਬਰਾਓ ਨਾ, ਠੀਕ ਆ ਸਾਰਾ ਕੁਝ। ਇਹ ਸਾਇੰਸਦਾਨਾਂ ਨੇ ਐਵੇਂ ਰੌਲਾ ਪਾਇਆ ਹੋਇਆ। ਜੀ। ਤੁਸੀਂ ਦੇਖੋ, ਜੇ ਕੋਵਿਡ ਦੇ ਦੌਰਾਨ ਜਦੋਂ ਲੋਕਡਾਊਨ 2020 ਦੇ ਵਿੱਚ ਲੱਗਾ ਸੀ, ਇੰਨਾ ਵੱਡਾ ਲੋਕਡਾਊਨ ਕਿ ਘਰਾਂ ਵਿੱਚੋਂ ਬਾਹਰ ਵੀ ਨਹੀਂ ਸੀ ਨਿਕਲਣ ਦਿੱਤਾ ਕਿਸੇ ਨੂੰ, ਤੇ ਕੀ ਫੋਟੋਆਂ ਆਈਆਂ ਸੀ ਸਾਹਮਣੇ। ਤੇ ਆਮ ਹਸਪਤਾਲਾਂ ਦੇ ਵਿੱਚ ਜਿਹੜੇ ਆਮ ਮਰੀਜ਼ ਆਉਂਦੇ ਨੇ, ਉਹਨਾਂ ਦੀ ਗਿਣਤੀ ਵੀ ਘਟ ਗਈ ਹੈ। ਸ਼ਮਸ਼ਾਨਾਂ ਦੇ ਵਿੱਚ ਇੰਨੇ ਜਿਹੜੇ ਮ੍ਰਿਤਕ ਰੋਜ਼ ਆਉਂਦੇ ਸੀ, ਉਹਨਾਂ ਦੀ ਗਿਣਤੀ ਬਹੁਤ ਹੀ ਘਟ ਗਈ ਹੈ। ਜੀ। ਤੇ ਜਲੰਧਰ ਸ਼ਹਿਰ ਤੋਂ ਹਿਮਾਲਿਆ ਪਰਬਤ ਜਿਹੜਾ ਸੀ ਉਹ ਦੇਖਿਆ ਜਾ ਸਕਦਾ ਸੀ। ਇੰਨਾ ਮੌਸਮ ਸਾਫ਼ ਹੋ ਗਿਆ, ਹਰ ਪਾਸੇ ਵਧੀਆ ਦੇਖਿਆ ਜਾ ਸਕਦਾ ਸੀ। ਇਹਦਾ ਮਤਲਬ ਇਹ ਹੈ ਕਿ ਪੋਲੂਸ਼ਨ ਦਾ ਪੱਧਰ ਇਸ ਹੱਦ ਤੱਕ ਫੈਲ ਚੁੱਕਾ ਹੈ ਕਿ ਸਾਨੂੰ ਇਸ ਤੇ ਬਹੁਤ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਲੋੜ ਹੈ। ਬਿਲਕੁਲ। ਜੇ ਭਗਵਾਨ ਰਾਮ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਦੀਵਾਲੀ ਮਨਾਉਣੀ ਹੈ, ਸਾਂਝਾ ਤਿਉਹਾਰ ਹੈ, ਇਹ ਫੈਸਟੀਵਲ ਹੈ ਸਾਰੇ ਇੰਡੀਆ ਦਾ ਸਾਂਝਾ ਜੀ, ਔਰ ਇਸ ਦਿਨ ਤੇ ਮੈਂ ਸਮਝਦਾ ਕਿ ਪਟਾਕਿਆਂ ਦੇ ਬਦਲ ਦੇ ਰੂਪ ਦੇ ਵਿੱਚ ਸਾਨੂੰ ਕੋਈ ਹੋਰ ਚੀਜ਼ਾਂ ਕਿਉਂ ਨਹੀਂ ਅਜੇ ਤੱਕ ਦਿੱਤੀਆਂ ਗਈਆਂ। ਬਿਲਕੁਲ, ਇੰਨੀ ਤਰੱਕੀ ਅਸੀਂ ਕਰ ਚੁੱਕੇ ਹਾਂ। ਠੀਕ ਹੈ, ਸਾਰੀ ਦੁਨੀਆ ਦੇ ਵਿੱਚ ਆਤਿਸ਼ਬਾਜ਼ੀ ਹੁੰਦੀ ਹੈ, ਆਤਿਸ਼ਬਾਜ਼ੀਆਂ ਦੇ ਮੁਕਾਬਲੇ ਵੀ ਹੁੰਦੇ ਨੇ। ਜਦੋਂ ਕੋਈ ਇਵੈਂਟ ਹੁੰਦੀ ਹੈ, ਉੱਥੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ, ਪਟਾਕੇ ਵੀ ਚਲਾਏ ਜਾਂਦੇ ਨੇ। ਪਰ ਕੀ ਭਾਰਤ ਵਾਂਗ ਜਿੱਥੇ ਦੇਖੋ ਜਿਹੜੀ ਗਲੀ ਦੇ ਖੂੰਜੇ ਦੇ ਵਿੱਚ ਪਟਾਕੇ ਵਿਕ ਰਹੇ ਨੇ, ਚਲਾ ਰਹੇ ਨੇ, ਐਕਸੀਡੈਂਟ ਵੀ ਹੋ ਰਹੇ ਨੇ, ਕਿਸੇ ਦੀ ਅੱਖ ਜਾ ਰਹੀ ਹੈ, ਕਿਸੇ ਦਾ ਹੱਥ ਜਾ ਰਿਹਾ ਹੈ, ਬਿਲਕੁਲ, ਕਿਸੇ ਦੀ ਮੌਤ ਹੋ ਰਹੀ ਹੈ, ਸਭ ਕੁਝ ਹੋ ਰਿਹਾ, ਕਿਸੇ ਦੀ ਫਸਲ ਨੂੰ ਅੱਗ ਲੱਗ ਰਹੀ ਹੈ, ਕਿਸੇ ਦੀ ਦੁਕਾਨ ਨੂੰ, ਗੋਦਾਮ ਨੂੰ ਅੱਗ ਲਾ ਰਹੀ ਹੈ, ਕਿਸੇ ਦਾ ਰੁਜ਼ਗਾਰ ਜਾ ਰਿਹਾ। ਬਿਲਕੁਲ, ਲੈਣਾ ਕੀ ਹੈ ਇਸ ਪਟਾਕਿਆਂ ਦੇ ਵਿੱਚੋਂ ਅਸੀਂ? ਠੀਕ ਹੈ, ਇਹਦੀ ਬਹੁਤ ਕੰਟਰੋਲਡ ਸੁਪਰਵਿਜ਼ਨ ਦੇ ਵਿੱਚ ਕੁਝ ਖਾਸ ਜਗ੍ਹਾ ਤੇ ਲੋਕਾਂ ਨੂੰ ਸਰਕਾਰ ਆਪ ਆਰਗੇਨਾਈਜ਼ਡ ਆਤਿਸ਼ਬਾਜ਼ੀ ਕਰਕੇ ਦਿਖਾਵੇ। ਇਹ ਥਾਂ ਥਾਂ ਤੇ ਜਿਹੜਾ ਰੁਜ਼ਗਾਰ ਦੇ ਨਾਂ ਤੇ ਪੋਲੂਸ਼ਨ ਫੈਲਾਉਣ ਦਾ ਕੰਮ ਚੱਲ ਪਿਆ ਜੀ, ਇਸ ਮਾਮਲੇ ਤੇ ਸਰਕਾਰ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪਰ ਫਿਰ ਉਹੀ ਗੱਲ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ, ਉਹ ਯਾਰ ਵੇਚਣ ਦਿਓ, ਆਹੀ ਤੇ 4 ਦਿਨ ਹੁੰਦੇ ਪੈਸੇ ਕਮਾਉਣ ਦੇ। ਬਿਲਕੁਲ, ਉਹ ਕਿਹੜੀ ਗੱਲ ਹੈ, ਜੇ ਕੋਈ ਦੁਕਾਨ ਦੇ ਮੂਹਰੇ ਰੱਖ ਕੇ ਵੇਚਦਾ ਤੇ ਵੇਚਣ ਦਿਓ। ਜੇ ਇਹ ਨਾ 2 ਦਿਨਾਂ ਦੀ ਕਮਾਈ ਦੇ ਨਾਲ ਘਰ ਚੱਲਣ ਲੱਗ ਪੈਣ ਕਿਸੇ ਦਾ,
ਤੇ ਜੀ ਫਿਰ ਬਾਕੀ ਸਾਲ ਕੰਮ ਕਰਕੇ ਕੀ ਲੈਣਾ ਹੈ? ਬਿਲਕੁਲ। ਰੁਜ਼ਗਾਰ ਦੇ ਪੱਕੇ ਵਸੀਲੇ ਪੈਦਾ ਸਰਕਾਰ ਕਰੇ ਹੂੰ ਤੇ ਲੋਕਾਂ ਨੂੰ ਦੇਵੇ ਰੁਜ਼ਗਾਰ, ਹੂੰ ਉਹ ਜ਼ਿਆਦਾ ਜ਼ਰੂਰੀ ਹੈ। ਇਸ ਤੇ ਰਾਜਨੀਤੀ ਹੋ ਰਹੀ ਹੈ, ਜੀ ਧਰਮ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਇੱਕ ਧਰਮ ਨੂੰ ਦਬਾਉਣ ਹਿੱਤ ਪਟਾਕਿਆਂ ਤੇ ਪਾਬੰਦੀਆਂ ਲੱਗ ਰਹੀਆਂ ਨੇ। ਹੂੰ ਇਹੋ ਜੀ ਗੱਲ ਨਹੀਂ। ਹੂੰ ਬਾਕੀ ਵੀ ਧਰਮਾਂ ਵਾਲੇ ਸਾਰੇ ਇਸ ਤੇ ਗੌਰ ਕਰਨ। ਜਦੋਂ ਹੂੰ ਉਹਨਾਂ ਦੇ ਦਿਨ ਤਿਉਹਾਰ ਆਉਂਦੇ ਨੇ ਤੇ ਪਟਾਕੇ ਕੋਈ ਵਧੀਆ ਚੀਜ਼ ਨਹੀਂ ਹੈ। ਹੂੰ ਇਸ ਨਾਲ ਹਾਦਸੇ ਵੀ ਹੁੰਦੇ ਨੇ, ਜੀ ਧੂਆਂ ਵੀ ਹੁੰਦਾ ਹੈ, ਪ੍ਰਦੂਸ਼ਣ ਵੀ ਹੁੰਦਾ ਹੈ ਤੇ ਹੂੰ ਪੈਸੇ ਸੁਆਹ ਵਿੱਚ ਉੱਡ ਜਾਂਦੇ ਨੇ, ਜਿਹੜੇ ਬਿਲਕੁਲ ਕਿਸੇ ਅਰਥ ਨਹੀਂ ਲੱਗਦੇ। ਜੀ ਤੇ ਕੰਨਾਂ ਇਹਨਾਂ ਦਾ ਸ਼ੋਰ ਜਿਹੜਾ ਹੈ, ਉਹ ਬਿਲਕੁਲ ਕੰਨ ਬੋਲੇ ਤੱਕ ਹੋ ਜਾਂਦੇ ਨੇ ਲੋਕਾਂ ਦੇ। ਇਹ ਹੂੰ ਚੰਗੀ ਗੱਲ ਨਹੀਂ ਹੈ। ਇਸ ਤੋਂ ਬਚਿਆ ਜਾਵੇ ਤੇ ਬਹੁਤ ਬਿਹਤਰ ਹੋਵੇਗਾ। ਗੰਭੀਰਤਾ ਨਾਲ ਸੋਚੋ ਇਸ ਮੁੱਦੇ ਤੇ। ਇਹ ਕੋਈ ਚੰਗੀ ਗੱਲ ਨਹੀਂ ਹੈ ਜਿਹੜੇ ਪਟਾਕਿਆਂ ਦਾ ਅਸੀਂ ਰੌਲਾ ਪਾ ਕੇ ਦੁਨੀਆ ਨੂੰ ਦਿਖਾਉਂਦੇ ਹਾਂ ਕਿ ਸਾਨੂੰ ਜਿਹੜਾ ਹੈ ਦੀਵਾਲੀ ਦੀ ਬਹੁਤ ਜ਼ਿਆਦਾ ਖੁਸ਼ੀ ਹੈ। ਖੁਸ਼ੀ ਦੇ ਹੋਰ ਵੀ ਬਹੁਤ 100 ਤਰੀਕੇ ਨੇ। ਜੀ ਜੀ ਕੁਲਦੀਪ ਜੀ, ਬਹੁਤ ਸਾਰੇ ਇਹੋ ਜਿਹੇ ਮੁੱਦੇ ਹੁੰਦੇ ਨੇ ਜਿਨ੍ਹਾਂ ਤੇ ਬਹੁਤ ਹੀ ਬਰੀਕੀ ਨਾਲ ਸੋਚ ਸਮਝ ਕੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਉੱਤੇ ਅਸੀਂ ਸੋਚੀਏ, ਨਾ ਕਿ ਇਹਨਾਂ ਚੀਜ਼ਾਂ ਤੇ ਅਸੀਂ ਰਾਜਨੀਤੀ ਕਰੀਏ। ਸੋ ਕੁਲਦੀਪ ਜੀ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।